फ्लाइट वगैरह ठीक थी सारी? वाहिगुरू जी का खालसा वाहिगुरू जी की फतेह। वाहिगुरू जी की फतेह। सन्मानयोग गुरु सवारियो, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਸਾਡਾ ਵਿਸ਼ਾ ਸਵਾਲ ਜਵਾਬ ਦਾ ਹੈ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਵੱਖ-ਵੱਖ ਵਿਸ਼ਿਆਂ ਦੇ ਜੋ ਸਵਾਲ ਆਪ ਜੀ ਭੇਜਦੇ ਹੋ ਉਹਨਾਂ ਦੇ ਵਿਚਾਰਾਂ ਕਰਕੇ ਜੋ ਵੀ ਜਵਾਬ ਸਹਿਮਤੀ ਨਾਲ ਬਣਦਾ ਹੈ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ। ਸਾਡੇ ਸਵਾਲਾਂ ਜਵਾਬਾਂ ਦਾ ਮੁੱਖ ਆਧਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪੰਥ ਪੁਰਾਣ ਸਿੱਖ ਰਹਿਤ ਮਰਿਆਦਾ, ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਭਾਈ ਨੰਦ ਲਾਲ ਸਿੰਘ ਦੀਆਂ ਰਚਨਾਵਾਂ, ਹੋਰ ਪੰਥਕ ਵਿਦਵਾਨਾਂ ਵੱਲੋਂ ਲਿਖੇ ਹੋਏ ਜੋ ਸਰੋਤ ਹਨ ਉਹ ਹਨ। ਇਸ ਤੋਂ ਇਲਾਵਾ ਵੀ ਕੋਈ ਹੋਰ ਜਾਣਕਾਰੀ ਮਿਲੇ ਤਾਂ ਉਹ ਵੀ ਹਾਸਲ ਕਰ ਲਈਦੀ ਹੈ। ਫਿਰ ਵੀ ਹਰ ਵਾਰੀ ਬੇਨਤੀ ਕਰਦੇ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਹਰ ਸਵਾਲ ਦੇ ਨਾਲ ਹਰ ਵਿਅਕਤੀ ਦੀ ਤਸੱਲੀ ਹੋ ਜਾਏ। ਜਵਾਬ ਜੇ ਕਿਸੇ ਨੂੰ ਲੱਗੇ ਵੀ ਇਹਦੇ 'ਚ ਕੋਈ ਕਮੀ ਹੈ, ਕਿਰਪਾ ਕਰਕੇ ਆਪ ਜੀ ਲਿਖਤੀ ਤੌਰ 'ਤੇ ਜਾਂ ਮੈਸੇਜ ਕਰਕੇ ਜਾਂ ਵੀਰ ਰਾਜਾ ਸਿੰਘ ਜੀ ਨੂੰ ਭੇਜ ਸਕਦੇ ਹੋ, ਤਦ ਕਿ ਅਸੀਂ ਉੱਤੇ ਦੁਬਾਰਾ ਵਿਚਾਰ ਕਰ ਲਈਏ ਔਰ ਆਪ ਜੀ ਨਾਲ ਸਾਂਝਾ ਕਰ ਸਕੀਏ। ਇਸ ਸੈਸ਼ਨ ਦੀ ਜ਼ਿੰਮੇਵਾਰੀ ਵੀ ਰਾਜਾ ਸਿੰਘ ਜੀ ਨਿਭਾਉਂਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਇਹ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਨ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਅੱਜ ਦੇ ਸੈਸ਼ਨ ਵਿੱਚ ਸਵਾਗਤ ਹੈ ਜੀ। ਤੋ ਇਸ ਤੋਂ ਪਹਿਲਾਂ ਕਿ ਆਪਾਂ ਸਵਾਲ ਜਵਾਬ ਲਈਏ, ਮੈਂ ਬੇਨਤੀ ਕਰਾਂਗਾ ਕਿ ਜਿਹੜੇ ਪੈਨਲ ਮੈਂਬਰਸ ਉਹ ਕਿਰਪਾ ਕਰਕੇ ਸੰਗਤ ਨਾਲ ਆਪਣੀ ਫਤਿਹ ਸਾਂਝੀ ਕਰਨਗੇ ਜੀ। ਸਰਦਾਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਨਜ਼ਰ ਨਹੀਂ ਆ ਰਹੇ। ਅੱਛਾ ਸਰ ਜਗੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜੇ ਮੇਰੇ ਖਿਆਲ ਪ੍ਰਭ ਕੀਰਤਨ ਸਿੰਘ ਜੀ ਨਹੀਂ ਜੁੜੇ ਹੋਣੇ। ਨਹੀਂ, ਉਹ ਵੀ ਨਜ਼ਰ ਨਹੀਂ ਆ ਰਹੇ। ਉਹ ਥੋੜੇ ਕਹਿੰਦੇ ਸ਼ਾਇਦ ਲੇਟ ਆਉਣਗੇ। ਤੇ ਬਾਕੀ ਮਨਮੋਹਨ ਸਿੰਘ ਜੀ ਵੀ ਨਹੀਂ, ਉਹ ਵੀ ਨਹੀਂ ਹੈਗੇ, ਜੁੜੇ ਲੱਗਦੇ ਨਹੀਂ ਤੇ ਹੈਗੇ। ਮੇਰੇ ਖਿਆਲ ਸਰਜੀਤ ਸਿੰਘ ਜੀ ਭੈਣ ਮਨਿੰਦਰ ਕੌਰ ਤੇ ਜੇ ਠੀਕ ਨਹੀਂ ਹੈਗੇ। ਨਾ, ਪ੍ਰਿੰਸੀਪਲ ਸਾਹਿਬ ਵੀ ਕੋਈ ਨਹੀਂ ਹੈਗੇ। ਹਾਂਜੀ, ਪ੍ਰਿੰਸੀਪਲ ਸਾਹਿਬ ਤੇ ਕਈ ਚਿਰਾਂ ਤੋਂ ਨਹੀਂ ਆ ਰਹੇ। ਤੋ ਚਲੋ ਉਡੀਕਦੇ ਆ ਜੀ। ਕਿੱਕਰ ਸਿੰਘ ਦਾ ਫੋਨ ਆਇਆ ਸੀਗਾ ਜੀ, ਉਹਨਾਂ ਦਾ ਮਿਊਟ ਨਹੀਂ, ਉਹ ਮਾਨੇ ਸਿਗਨਲ ਨਹੀਂ ਆ ਰਿਹਾ ਜੀ। ਕੌਣ ਜੀ? ਕਿੱਕਰ ਸਿੰਘ ਦਾ ਜੀ। ਸਿਗਨਲ ਨਹੀਂ ਆ ਰਿਹਾ? ਹਾਂਜੀ। ਅੱਛਾ। ਹਾਂਜੀ, ਟਰਾਈ ਕਰ ਰਹੇ ਨੇ ਜੀ ਉਹ। ਅੱਛਾ, ਚਲੋ ਫਿਰ ਜੁਆਇਨ ਕਰ ਲੈਣਗੇ। ਹਾਂ, ਉਹਨਾਂ ਦੇ ਕੁਐਸਚਨ ਬਾਅਦ ਚ ਲੈਣਾ ਜੀ। ਠੀਕ ਹੈ ਜੀ, ਸ਼ੁਕਰੀਆ। ਤਾਂ ਆਓ ਸਤ ਸਿੰਘ ਜੀ, ਆਪ ਜੀ ਵੱਲੋਂ ਜੋ ਭੇਜੇ ਸਵਾਲ ਨੇ ਉਹ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਨੇ। ਤੋ ਇੱਕ ਸਵਾਲ ਕਰਕੇ ਆਪਾਂ ਉਹਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ। ਤੋ ਜਿਵੇਂ ਪਹਿਲੇ ਵੀਰ ਜੀ ਨੇ ਦੱਸਿਆ, ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਮਿਹਨਤ ਕਰਕੇ ਮੈਂਬਰਸ ਜਿਹੜੇ ਨੇ ਹਰ ਸਵਾਲ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਬਾਣੀ ਸਮੁੰਦਰ ਹੈ ਤੋ ਪਰਫੈਕਸ਼ਨ ਤਾਂ ਕਿਸੇ 'ਚ ਨਹੀਂ ਹੈ, ਪਰ ਕੋਸ਼ਿਸ਼ ਜ਼ਰੂਰ ਹੈ ਔਰ ਕਰਨੀ ਵੀ ਚਾਹੀਦੀ। ਤੋ ਉਸੇ ਕੋਸ਼ਿਸ਼ ਦੇ ਸਦਕਾ ਜੋ ਵੀ ਸਾਡੇ ਕੋਲ ਉੱਤਰ ਬਣਦੇ ਨੇ ਅਸੀਂ ਤੁਹਾਡੇ ਸਾਹਮਣੇ ਹਰ ਹਫ਼ਤੇ ਪੇਸ਼ ਹੁੰਦੇ ਹਾਂ। ਤੋ ਆਓ ਸਾਧ ਸੰਗਤ ਜੀ, ਸਵਾਲ ਜਿਹੜੇ ਨੇ ਉਹਨਾਂ 'ਚੋਂ
ਕੁਝ ਸਵਾਲ ਜਿਹੜੇ ਨੇ ਉਹ ਸ਼ਬਦਾਂ ਦੇ ਉਚਾਰਨ ਬਾਰੇ ਨੇ। ਤੋਂ ਪਹਿਲੇ ਆਪਾਂ ਸ਼ਬਦ ਉਚਾਰਨ ਦਾ ਇੱਕ ਜੋ ਸਵਾਲ ਹੈ ਉਹ ਲੈਣੇ ਆ। ਸਾਨੂੰ ਵੀਰ ਹਰਵਿੰਦਰ ਸਿੰਘ ਜੀ ਘੁੰਮਣ, ਉਹਨਾਂ ਨੇ ਇਹ ਸਾਨੂੰ ਸਵਾਲ ਭੇਜਿਆ ਸੀ। ਮੈਂ ਉਹਨਾਂ ਨੂੰ ਬੇਨਤੀ ਵੀ ਅਸੀਂ ਕੀਤੀ ਸੀ, ਸਵਾਲ ਗਰੁੱਪ ਚੈਟ 'ਚ ਲਿਖਿਆ ਸੀ, ਜੇ ਹੋ ਸਕੇ ਤਾਂ ਮੈਂ ਬਾਕੀ ਸੰਗਤ ਨੂੰ ਬੇਨਤੀ ਕਰਦਾ ਹਾਂ, ਜਿਸ ਵੇਲੇ ਕਿਸੇ ਸ਼ਬਦ ਦੇ ਉਚਾਰਨ ਬਾਰੇ ਕੋਈ ਸਾਨੂੰ ਸਵਾਲ ਆਉਂਦਾ ਤਾਂ ਉਹਦੇ ਜੇਕਰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਨਾਲ ਲਿਖਦੇ ਹੋ ਜਾਂ ਤੁਕ ਪੂਰੀ ਕੋਟ ਕਰਦੇ ਹੋ ਤਾਂ ਉਹਦੇ 'ਚ ਸਾਨੂੰ ਜ਼ਿਆਦਾ ਸਹਾਇਤਾ ਹੁੰਦੀ ਹੈ। ਉਸ ਤਰ੍ਹਾਂ ਕਿਉਂਕਿ ਇੱਕ ਅੱਖਰ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਥਾਂ ਤੇ ਰਿਪੀਟ ਹੋਇਆ ਹੁੰਦਾ, ਤਾਂ ਉਹ ਹੋ ਸਕਦਾ ਵੀ ਜਿਹੜਾ ਸਵਾਲ ਕਰਤਾ ਹੈ ਉਹਦੇ ਮਨ ਵਿੱਚ ਕੋਈ ਜਿਹੜੀ ਤੁਕ ਹੈ ਅਸੀਂ ਕਿਸੇ ਹੋਰ ਤੁਕ ਨੂੰ ਲੈ ਲਈਏ, ਤੇ ਕਈ ਵਾਰੀ ਕਿਉਂਕਿ ਸੇਮ ਅੱਖਰ ਜਿਹੜਾ ਸੇਮ ਸ਼ਬਦ ਜਿਹੜਾ ਉਹਦੇ ਰੈਫਰੈਂਸ ਟੂ ਦੀ ਕੰਟੈਕਸਟ ਭਾਵ ਉਹਦੇ ਜਿਹੜਾ ਸਵਾਲ ਦਾ ਸੰਦਰਭ ਹੈ ਉਹਦੇ 'ਚ ਉਹਦੇ ਅਰਥ ਜਿਹੜੇ ਨੇ ਜ਼ਰੂਰੀ ਨਹੀਂ ਵੀ ਹਰ ਇੱਕ ਥਾਂ ਤੇ ਇੱਕੋ ਜਿਹੇ ਹੋਣ। ਸੋ ਇਸ ਲਈ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਜਦ ਵੀ ਅਸੀਂ ਕੋਈ ਸਵਾਲ ਐਸਾ ਕਰਨਾ ਹੈ ਜਿਹਦੇ 'ਚ ਕਿਸੇ ਸ਼ਬਦ ਦਾ ਉਚਾਰਨ ਹੈ, ਖਾਸ ਇੱਕ ਸ਼ਬਦ ਦਾ, ਤਾਂ ਕਿਰਪਾ ਕਰਕੇ ਪੂਰੀ ਤੁਕ ਲਿਖੀ ਜਾਏ ਜਾਂ ਪੰਨਾ ਲਿਖ ਦਿੱਤਾ ਜਾਏ, ਤਾਂ ਜੇ ਜਿਸ ਸ਼ਬਦ ਦਾ ਆਪ ਜੀ ਪੁੱਛ ਰਹੇ ਹੋ ਅਸੀਂ ਉਸੇ ਦਾ ਹੀ ਉਸੇ ਸੰਦਰਭ ਵਿੱਚ ਉਹਦਾ ਉੱਤਰ ਜਿਹੜਾ ਲੱਭਣ ਦੀ ਕੋਸ਼ਿਸ਼ ਕਰੀਏ। ਤੋ ਆਸ ਹੈ ਸੰਗਤ ਇਸ ਗੱਲ ਦਾ ਖਿਆਲ ਰੱਖੇਗੀ। ਤੋ ਵੀਰ ਜੀ ਨੇ ਜਿਹੜਾ ਸਵਾਲ ਕੀਤਾ ਸਾਧ ਸੰਗਤ ਜੀ, ਉਹ ਹੈ ਪੱਪੇ ਨੂੰ ਕੰਨਾ ਤੱਤਾ, ਸੱਸੇ ਨੂੰ ਕੰਨਾ ਹਾਹਾ। ਫਿਰ ਕਈ ਥਾਂ ਤੇ ਹਾਹੇ ਨੂੰ ਬਿਹਾਰੀ ਹੁੰਦੀ ਹੈ, ਕਈ ਥਾਂ ਤੇ ਹਾਹੇ ਨਾਲ ਕੰਨਾ ਵੀ ਹੁੰਦਾ ਹੈ, ਤੇ ਕਈ ਥਾਂ ਤੇ ਹਾਹਾ ਮੁਕਤਾ ਵੀ। ਇਹ ਅੱਖਰ ਜਿਹੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਸਰ ਆਉਂਦੇ ਨੇ। ਤਾਂ ਉਹਨਾਂ ਦਾ ਸਵਾਲ ਵੀ ਇਹੀ ਹੈ ਕਿ ਇਹ ਜਿਹੜੇ ਸ਼ਬਦ ਨੇ ਜਿਹੜੇ ਇਸ ਸ਼ਬਦ ਦੀਆਂ ਭਿੰਨ ਜਿਹੜੀਆਂ ਇਹ ਵੰਨਗੀਆਂ ਜਿਵੇਂ ਮੈਂ ਬੇਨਤੀ ਕੀਤੀ ਹੈ, ਇਹਨਾਂ ਦੇ ਵਰਤੋਂ ਜਾਂ ਅਰਥ ਜਿਹੜਾ ਉਹ ਸਾਨੂੰ ਸਪਸ਼ਟ ਕਰੋ। ਇਹ ਵੀਰ ਜੀ ਦਾ ਸਵਾਲ ਹੈ ਤੇ ਬੇਨਤੀ ਕਰ ਰਹੇ ਹਾਂ ਸਜਗੀਰ ਸਿੰਘ ਜੀ ਨੂੰ ਵੀ ਕਿਰਪਾ ਕਰਕੇ ਸਾਨੂੰ ਇਹਨਾਂ ਚਾਰਾਂ ਅੱਖਰਾਂ ਬਾਰੇ ਕਿਰਪਾ ਕਰਕੇ ਦੱਸੋ ਜੀ। ਵੀਰ ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵੀਰ ਜੀ ਇਹ ਸ਼ਬਦ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਵੀ ਪਾਤਸ਼ਾਹ ਹਾਹਾ ਮੁਕਤਾ ਵੀ ਹੁੰਦਾ, ਹਾਹੇ ਨੂੰ ਔਂਕੜ ਵੀ ਹੁੰਦਾ, ਹਾਹੇ ਨੂੰ ਸਿਹਾਰੀ ਵੀ ਹੁੰਦੀ ਹੈ, ਹਾਹੇ ਨੂੰ ਕੰਨਾ ਵੀ ਹੁੰਦਾ, ਹਾਹੇ ਨੂੰ ਬਿਹਾਰੀ ਵੀ ਹੁੰਦੀ ਹੈ। ਇਹਨਾਂ ਸਾਰਿਆਂ ਦੇ ਅਰਥ ਵੱਖਰੇ ਵੱਖਰੇ ਵੀ ਹੁੰਦੇ ਨੇ ਤੇ ਉਚਾਰਨ ਵੀ ਕਈ ਵਾਰੀ ਵੱਖਰਾ ਵੱਖਰਾ ਹੁੰਦਾ। ਹੁਣ ਆਪਾਂ ਇੱਕ ਇੱਕ ਕਰਕੇ ਲੈਂਦੇ ਹਾਂ ਸਾਰਿਆਂ ਨੂੰ। ਪਹਿਲਾ ਹੈ ਜੀ ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹੇ ਨੂੰ ਔਂਕੜ। ਪਾਤਸ਼ਾਹ, ਇਹ ਹਾਹੇ ਨੂੰ ਜਿਹੜਾ ਔਂਕੜ ਲੱਗਿਆ ਹੋਇਆ ਜੀ, ਇਹ ਪਰਮਾਤਮਾ ਵਾਸਤੇ ਵੀ ਆਇਆ ਹੋਇਆ। ਇਹ ਔਂਕੜ ਇਸ ਕਰਕੇ ਲੱਗਿਆ ਵੀ ਇਹ ਪੁਲਿੰਗ ਹੈ, ਇੱਕ ਵਚਨ ਆ, ਇਸ ਕਰਕੇ ਔਂਕੜ ਲੱਗਿਆ ਹੋਇਆ। ਇਹਦਾ ਆਪਣੇ ਉਚਾਰਨ ਔਂਕੜ ਨਹੀਂ ਉਚਾਰਨਾ ਕਿਉਂਕਿ ਨੌ ਹੈ। ਜੇ ਇਹ ਕਿਰਿਆ ਹੋਵੇ ਫਿਰ ਔਂਕੜ ਦਾ ਉਚਾਰਨ ਕਰਨਾ, ਇਸ ਕਰਕੇ ਔਂਕੜ ਦਾ ਉਚਾਰਨ ਇੱਥੇ ਨਹੀਂ ਕਰਨਾ। ਇਹਦਾ ਆਪਣੇ ਉਚਾਰਨ ਕਰਨਾ ਜੀ ਪਾਤਸ਼ਾਹ ਜੀ, ਪਾਤਸ਼ਾਹੋ ਨਹੀਂ ਕਰਨਾ ਹੈਗਾ ਜੀ। ਪਾਤ ਦਾ ਮਤਲਬ ਹੁੰਦਾ ਸਿੰਘਾਸਨ, ਸ਼ਾਹ ਦਾ ਮਤਲਬ ਹੁੰਦਾ ਮਾਲਕ, ਮਤਲਬ ਸਿੰਘਾਸਨ ਦਾ ਮਾਲਕ ਮਤਲਬ ਬਾਦਸ਼ਾਹ ਜਾਂ ਪਰਮਾਤਮਾ। ਉਚਾਰਨ ਇਹਦਾ ਹੈਗਾ ਜੀ ਪਾਤਸ਼ਾਹ, ਸੱਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਸ਼ਾਹੋ ਨਹੀਂ ਪਾਠ ਕਰਨਾ, ਸ਼ਾਹ ਪਾਠ ਕਰਨਾ ਜੀ। ਜਿਹੜੇ ਵੀਰ ਜੀ ਨੇ ਸ਼ਬਦ ਲਿਖੇ ਨੇ ਇਹ ਸਾਰੇ ਸ਼ਬਦਾਂ ਦੇ ਵਿੱਚ ਨਾ ਜੀ ਤੱਤੇ ਨੂੰ ਸਿਹਾਰੀ ਲੱਗਦੀ ਹੈ। ਇਹਨਾਂ ਨੇ ਤੱਤਾ ਮੁਕਤਾ ਲਿਖਿਆ, ਤੱਤਾ ਮੁਕਤਾ ਨਹੀਂ ਲੱਗਣਾ, ਤੱਤੇ ਨੂੰ ਸਿਹਾਰੀ ਲੱਗਦੀ ਹੈ। ਇਹ ਜਿਹੜੀ ਤੱਤੇ ਨੂੰ ਸਿਹਾਰੀ ਹੈ ਇਹ ਬੋਲੀ ਵੀ ਨਹੀਂ ਜਾਂਦੀ। ਆਪਾਂ ਇਹਨੂੰ ਏਦਾਂ ਨਹੀਂ ਕਹਿਣਾ ਹੈਗਾ ਪਾਤੇ ਸਾ, ਤੱਤੇ ਨੂੰ ਸਿਹਾਰੀ ਨਹੀਂ ਬੋਲਣੀ। ਉਹ ਕਿਉਂ ਨਹੀਂ ਬੋਲਣੀ, ਆਪਾਂ ਨੇ ਪਹਿਲਾਂ ਕਈ ਵਾਰੀ ਵਿਚਾਰ ਕੀਤਾ ਵੀ ਇਹ ਜਿਹੜਾ ਪਾਤ ਸ਼ਾਹ ਦੋ ਸ਼ਬਦਾਂ ਨੂੰ ਮਿਲਾ ਕੇ ਕੀਤਾ ਗਿਆ, ਇਸ ਕਰਕੇ ਇਹਨੂੰ ਜੋ ਵੱਖਰਾ ਵੱਖਰਾ ਪਾਤ ਵੱਖਰਾ ਕਰ ਲਓ, ਸ਼ਾਹ ਵੱਖਰਾ ਕਰ ਲਓ। ਹੁਣ ਜੇ ਪਾਤ ਦਾ ਅਖੀਰਲਾ ਅੱਖਰ ਤੱਤਾ ਬਣ ਗਿਆ, ਤੱਤੇ ਨੂੰ ਸਿਹਾਰੀ ਉਹ ਬੋਲੀ ਨਹੀਂ ਜਾਂਦੀ, ਇਸ ਕਰਕੇ ਪਾਤਸ਼ਾਹ ਦੇ ਨਾਲ ਜਿਹੜੀ ਤੱਤੇ ਨੂੰ ਸਿਹਾਰੀ ਆ ਉਹ ਨਹੀਂ ਬੋਲਣੀ ਹੈਗੀ। ਇਹਦਾ ਉਚਾਰਨ ਕਰਨਾ ਜੀ ਪਾਤਸ਼ਾਹ ਜੀ। ਇਸੇ ਤਰ੍ਹਾਂ ਇੱਕ ਹੋਰ ਸ਼ਬਦ ਆਉਂਦਾ ਇਸੇ ਵਿੱਚ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ। ਇੱਥੇ ਵੀ ਆਮ ਸੰਗਤ ਜੀ ਸਾਹੋ ਪਾਠ ਕਰਦੀ ਹੈ, ਸਾਹੋ ਪਾਠ ਨਹੀਂ ਕਰਨਾ ਕਿਉਂਕਿ ਇਹ ਨਾਊਨ ਹੈ, ਇਸ ਕਰਕੇ ਇਹਨੂੰ ਸਾਹ ਪਾਠ ਕਰਨਾ, ਹਾਹੇ ਦਾ ਔਂਕੜ ਨਹੀਂ ਬੁਲਾਉਣਾ ਹੈਗਾ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ, ਸਾਹੋ ਪਾਠ ਨਹੀਂ ਕਰਨਾ। ਦੂਸਰਾ ਅੱਖਰ ਹੈ ਜੀ ਸ਼ਬਦ ਸੱਸਾ ਮੁਕਤਾ। ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹਾ। ਇਹ ਸੱਸੇ ਨੂੰ ਪੈਰ ਦੇ ਵਿੱਚ ਬਿੰਦੀ ਇਸ ਕਰਕੇ ਨਹੀਂ ਲੱਗੀ, ਇਹ ਸਾਰੇ ਅੱਖਰ ਫਾਰਸੀ ਦੇ ਨੇ ਜੀ। ਇਹ ਜਿਸ ਟਾਈਮ ਗੁਰੂ ਸਾਹਿਬ ਦੇ ਵੇਲੇ ਨਾ ਇਹ ਸੱਸੇ ਦੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਉਦੋਂ ਨਹੀਂ ਸੀ ਲੱਗਦੀਆਂ, ਲੇਕਿਨ ਬੋਲੀਆਂ ਜਾਂਦੀਆਂ ਸੀਗੀਆਂ। ਇਸ ਕਰਕੇ ਗੁਰਬਾਣੀ ਦੇ ਵਿੱਚ ਕਿਤੇ ਵੀ ਕਿਸੇ ਵੀ ਅੱਖਰ ਨੂੰ ਪੈਰ ਦੇ ਵਿੱਚ ਬਿੰਦੀ ਨਹੀਂ ਲੱਗੀ, ਪਰ ਬੋਲੀ ਜਾਂਦੀ ਹੈ। ਪਰ ਜਿੱਥੇ
ਹੁਣ ਇਹ ਜਿਹੜੇ ਫਾਰਸੀ ਦੇ ਅੱਖਰ ਨੇ ਸਪੈਸ਼ਲੀ, ਤਾਂ ਇਹਨਾਂ ਦੇ ਜਿਹੜੇ ਅੱਖਰ ਮਤਲਬ ਬਿੰਦੀ ਲਾ ਕੇ ਬੋਲਣੇ ਨੇ, ਉਹ ਬਿੰਦੀ ਲਾ ਕੇ ਹੀ ਬੋਲਣੇ ਚਾਹੀਦੇ ਨੇ। ਇਹਦੇ ਵਿੱਚ ਨਾ ਜੀ ਪਾਤਸ਼ਾਹ, ਹਾਹਾ ਮੁਕਤਾ। ਹੁਣ ਹਾਹਾ ਮੁਕਤਾ ਆਉਣ ਦੇ ਕਾਰਨ ਕੀ ਨੇ? ਇਹਦੇ 3 ਕਾਰਨ ਨੇ ਜੀ। ਸਭ ਤੋਂ ਪਹਿਲਾ ਰੀਜ਼ਨ ਤਾਂ ਇਹ ਆ ਵੀ ਇਹ ਸੰਬੋਧਨ ਹੋਵੇ, ਮਤਲਬ ਸੰਬੋਧਨ ਕੀਤਾ ਜਾਵੇ। ਦੂਸਰਾ ਹੈਗਾ ਜੀ ਇਹ ਬਹੁਵਚਨ ਹੋਵੇ। ਤੀਸਰਾ ਇਹਦਾ ਰੀਜ਼ਨ ਹੈ ਵੀ ਇਹਦੇ ਨਾਲ ਕੋਈ ਸੰਬੰਧਕੀ ਅੱਖਰ ਆ ਜਾਵੇ, ਤਾਂ ਫਿਰ ਜਿਹੜਾ ਹਾਹੇ ਦਾ ਔਂਕੜ ਆ ਇਹ ਉੱਤਰ ਜਾਂਦਾ। ਇਹ 3 ਰੀਜ਼ਨ ਨੇ, ਯਾਦ ਰੱਖਣੇ ਨੇ ਜੀ ਹਮੇਸ਼ਾ। ਸ਼ਬਦ ਸੰਬੋਧਨ ਰੂਪ ਹੋਵੇ ਤਾਂ ਲਾਸਟ ਵਾਲਾ ਅੱਖਰ ਮੁਕਤਾ ਆਏਗਾ। ਜੇ ਬਹੁਵਚਨ ਹੋਵੇ ਤਾਂ ਵੀ ਇਹ ਮੁਕਤਾ ਆਏਗਾ। ਜੇ ਇਹ ਕਾਰਕੀ ਅਰਥ ਦੇਵੇ ਤਾਂ ਵੀ ਇਹ ਮੁਕਤਾ ਆਏਗਾ ਜੀ। ਤੇ ਉਚਾਰਨ ਇਹਦਾ ਬਣ ਜਾਏਗਾ ਪਾਤਸ਼ਾਹ, ਸੱਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਸ਼ਾਹ ਬੋਲਣਾ। ਹੁਣ ਇਹਨਾਂ ਦੇ ਐਗਜ਼ਾਮਪਲਾਂ ਨੇ ਜੀ। ਪਹਿਲੀ ਹੈਗੀ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਇਹਦੇ ਵਿੱਚ ਪਾਤਸ਼ਾਹ ਦੇ ਸਪੈਲਿੰਗ ਇਹੀ ਨੇ, ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹਾ। ਹਾਹੇ ਨੂੰ ਔਂਕੜ ਨਹੀਂ ਹੈਗਾ, ਹਾਹੇ ਨੂੰ ਸਿਹਾਰੀ ਨਹੀਂ ਹੈਗੀ, ਕੰਨਾ ਕੁਝ ਨਹੀਂ ਹੈ, ਹਾਹਾ ਮੁਕਤਾ ਹੈਗਾ। ਇੱਥੇ ਨਾ ਜੀ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਨਾ ਇਹ ਸੰਬੋਧਨ ਕੀਤਾ ਗਿਆ ਵੀ ਹੇ ਸੱਚੇ ਪਾਤਸ਼ਾਹ ਤੇਰੀ ਕੁਦਰਤ ਸੱਚੀ ਹੈ। ਇੱਥੇ ਸੱਚੇ ਪਾਤਸ਼ਾਹ ਸੰਬੋਧਨ ਰੂਪ ਵਿੱਚ ਆ ਗਿਆ, ਇਸ ਕਰਕੇ ਹਾਹਾ ਮੁਕਤਾ ਆ ਗਿਆ। ਉਚਾਰਨ ਇਹਦਾ ਕਰਾਂਗੇ ਪਾਤਸ਼ਾਹ ਜੀ। ਦੂਸਰਾ ਹੈ ਜੀ ਇਹਦੇ ਵਿੱਚ ਸਰੂਪ ਸ਼ਬਦ ਦਾ ਉਹੀ ਹੈ, ਅਰਥ ਥੋੜੇ ਜਿਹੇ ਬਦਲ ਜਾਣਗੇ। ਸ਼ਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨੌ ਜੀਓ। ਇੱਥੇ ਸ਼ਾਹ ਸੱਸੇ ਨੂੰ ਕਰਨਾ ਹਾਹਾ, ਹਾਹਾ ਮੁਕਤਾ ਹੋ ਗਿਆ। ਸ਼ਾਹ ਮੈਨੇ ਰਾਜਾ, ਰਾਜੇ, ਇਹ ਬਹੁਵਚਨ ਹੋ ਗਿਆ। ਪਾਤਸ਼ਾਹ ਇਹ ਵੀ ਹਾਹਾ ਮੁਕਤਾ, ਇਹ ਵੀ ਬਹੁਵਚਨ ਬਣ ਗਿਆ। ਸ਼ਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨੌ ਜੀਓ। ਇੱਥੇ ਪਾਤਸ਼ਾਹ ਬਹੁਵਚਨ ਹੈਗਾ, ਇਸ ਕਰਕੇ ਇਹ ਹਾਹਾ ਮੁਕਤਾ ਆ। ਇਹਦਾ ਉਚਾਰਨ ਵੀ ਪਾਣੇ ਪਾਤਸ਼ਾਹ ਹੀ ਕਰਨਾ ਹੈਗਾ ਜੀ। ਅਗਲੀ ਪੰਕਤੀ ਵਿੱਚ ਫਿਰ ਇੱਕ ਸ਼ਬਦ ਆਉਂਦਾ ਜੀ ਸੰਬੰਧਕੀ, ਉਹਦੇ ਵਿੱਚ ਵੀ ਹਾਹਾ ਮੁਕਤਾ ਹੈਗਾ। ਅਸ਼ਟ ਧਾਤ ਪਾਤਸ਼ਾਹ ਕੀ, ਘੜੀਏ ਸ਼ਬਦ ਵਿਗਾਸ। ਹੁਣ ਇੱਥੇ ਪਾਤਸ਼ਾਹ ਤੋਂ ਬਾਅਦ ਕੀ ਆ ਗਿਆ, ਇਸ ਕਰਕੇ ਹਾਹਾ ਮੁਕਤਾ ਆ ਗਿਆ। ਉਚਾਰਨ ਉਦਾਂ ਹੀ ਹੋਏਗਾ ਪਾਤਸ਼ਾਹ ਜੀ। ਇਹ ਸੰਬੰਧਕੀ ਕਰਕੇ ਮਤਲਬ ਇਹਦਾ ਇੱਥੇ ਹਾਹਾ ਮੁਕਤਾ ਆ ਗਿਆ। ਤੇ ਅੱਗੇ ਆ ਗਿਆ ਜੀ ਪਾਤਸ਼ਾਹ, ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹੇ ਨੂੰ ਕੰਨਾ। ਹੁਣ ਇਹ ਜਿਹੜਾ ਸ਼ਬਦ ਹੈਗਾ ਪਾਤਸ਼ਾਹ, ਇਹਦੇ 2 ਉਚਾਰਨ ਬਣ ਜਾਂਦੇ ਨੇ ਜੀ। ਇਹ ਗੱਲ ਬਹੁਤ ਧਿਆਨ ਨਾਲ ਦੇਖਣੀ ਆ ਜੀ। ਇਹਦੇ ਉਚਾਰਨ 2 ਬਣ ਜਾਂਦੇ ਨੇ ਵੀ ਜੇ ਤਾਂ ਇਹ ਬਹੁਵਚਨ ਹੋਵੇ ਫਿਰ ਤਾਂ ਇਹਨੂੰ ਪਾਤਸ਼ਾਹਾਂ ਪਾਠ ਕਰਨਾ, ਜੇ ਇਹ ਇੱਕ ਵਚਨ ਹੋਵੇ ਫਿਰ ਇਹਨੂੰ ਪਾਤਸ਼ਾਹ ਪਾਠ ਕਰਨਾ। ਸੱਸੇ ਦੇ ਪੈਰ ਤਾਂ ਬਿੰਦੀ ਲਾਣੀ ਹੈ, ਸੱਸੇ ਹਾਹੇ ਦੇ ਕੰਨੇ ਨੂੰ ਬਿੰਦੀ ਫਿਰ ਨਹੀਂ ਲਾਉਣੀ ਜੇਕਰ ਇਹ ਇੱਕ ਵਚਨ ਹੋਵੇ। ਹੁਣ ਕਈ ਥਾਂ ਦੇ ਉੱਤੇ ਇੱਕ ਵਚਨ ਹੈ, ਕਈ ਥਾਵਾਂ ਦੇ ਉੱਤੇ ਬਹੁਵਚਨ ਹੈ। ਹੁਣ ਪਹਿਲਾਂ ਆਪਾਂ ਪੰਕਤੀ ਪੜਾਂਗੇ, ਤੁਕ ਪੜਾਂਗੇ, ਫਿਰ ਉਹਦੇ ਅਰਥ ਕਰਾਂਗੇ। ਫਿਰ ਜੇ ਉਹ ਬਹੁਵਚਨ ਹੈਗਾ ਫਿਰ ਪਾਤਸ਼ਾਹਾਂ ਪਾਠ ਕਰਨਾ, ਜੇ ਇੱਕ ਵਚਨ ਹੈਗਾ ਫਿਰ ਉਹਦਾ ਪਾਤਸ਼ਾਹ ਪਾਠ ਕਰਨਾ। ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ ਜੀ। ਸਿਰ ਪਾਤਸ਼ਾਹਾਂ ਸੱਚਾ ਸੋਏ। ਸੱਚਾ ਮੈਨੇ ਅਟਲ, ਜਿਹੜਾ ਕਾਇਮ ਰਹਿਣ ਵਾਲਾ, ਸੋਏ ਇਥੇ ਪ੍ਰਮਾਤਮਾ ਵਾਸਤੇ ਆਇਆ ਵੀ ਉਹ ਪ੍ਰਮਾਤਮਾ ਜਿਹੜਾ ਸੱਚਾ ਹੈਗਾ। ਸਿਰ ਪਾਤਸ਼ਾਹਾਂ, ਇਥੇ ਪਾਤਸ਼ਾਹਾਂ ਬਹੁਵਚਨ ਆ ਗਿਆ ਵੀ ਜਿਹੜੇ ਦੁਨਿਆਵੀ ਰਾਜੇ ਨੇ ਉਹਨਾਂ ਦੇ ਸਿਰ ਦੇ ਉੱਪਰ ਹੈ, ਵੀ ਉਹਨਾਂ ਸਭ ਤੋਂ ਉੱਪਰ ਹੈ, ਸਾਰੇ ਉਹਦੇ ਅੰਡਰ ਨੇ ਜੀ। ਤੇ ਇੱਥੇ ਬਹੁਵਚਨ ਹੈਗਾ, ਇਸ ਕਰਕੇ ਇਥੇ ਪਾਠ ਕਰਾਂਗੇ ਪਾਤਸ਼ਾਹਾਂ, ਲਿਖਿਆ ਹੋਇਆ ਪਾਤਸ਼ਾਹ। ਇਹ ਸੱਸੇ ਦੇ ਪੈਰ 'ਚ ਬਿੰਦੀ ਲਾਉਣੀ ਆ, ਹਾਹੇ ਦੇ ਕੰਨੇ ਦੇ ਉੱਤੇ ਬਿੰਦੀ ਵੀ ਲਾਣੀ ਆ। ਪਾਤਸ਼ਾਹਾਂ ਕਿਉਂ ਕਰਨਾ? ਕਿਉਂਕਿ ਬਹੁਵਚਨ। ਸਿਰ ਪਾਤਸ਼ਾਹਾਂ, ਇਥੇ ਪਾਤਸ਼ਾਹ ਪਾਠ ਨਹੀਂ ਕਰਨਾ ਹੈਗਾ ਕਿਉਂਕਿ ਬਹੁਵਚਨ ਹੈ ਜੀ। ਸਿਰ ਪਾਤਸ਼ਾਹਾਂ ਸੱਚਾ ਸੋਏ। ਅਗਲੀ ਤੁਕ ਦੇ ਵਿੱਚ ਜੀ ਜਿਹੜਾ ਪਾਤਸ਼ਾਹ ਹੈਗਾ ਉਹ ਇੱਕ ਵਚਨ ਹੈ। ਸਿਰ ਸ਼ਾਹਾਂ ਪਾਤਸ਼ਾਹ। ਹੁਣ ਇੱਥੇ ਵੈਸੇ ਨਹੀਂ ਪਤਾ ਲੱਗੇਗਾ ਵੀ ਇੱਕ ਵਚਨ ਹੈ ਜਾਂ ਬਹੁਵਚਨ ਆ। ਇਹਦੇ ਸਾਰਾ ਸ਼ਬਦ ਦੇਖਾਂਗੇ, ਉਹਦੇ ਹਿਸਾਬ ਨਾਲ ਅਰਥ ਕਰਾਂਗੇ। ਕਈ ਵਾਰੀ ਪਾਤਸ਼ਾਹ ਗੁਰੂ ਵਾਸਤੇ ਵੀ ਆਇਆ ਹੁੰਦਾ, ਕਈ ਵਾਸਤੇ ਅਕਾਲ ਪੁਰਖ ਵਾਸਤੇ ਵੀ ਆਇਆ ਹੁੰਦਾ। ਉਹ ਕਈ ਵਾਰੀ ਇੱਕ ਪੰਕਤੀ ਚੋਂ ਨਹੀਂ ਪਤਾ ਲੱਗਦਾ। ਸਾਰਾ ਸ਼ਬਦ ਪੜਾਂਗੇ, ਫਿਰ ਉਹ ਜਿਹੜੀ ਪਹਿਲੀ ਤੁਕ ਹੈ ਉਹ ਤੋਂ ਪਤਾ ਲੱਗਦਾ ਵੀ ਇਹ ਗੁਰੂ ਵਾਸਤੇ ਆਇਆ ਜੀ। ਤੇ ਹੁਣ ਸਿਰ ਸ਼ਾਹਾਂ ਪਾਤਸ਼ਾਹ, ਇਹਦੇ ਸਿਰ ਸ਼ਾਹਾਂ ਮੈਨੇ ਬਾਦਸ਼ਾਹ, ਦੁਨਿਆਵੀ ਵਾਸਤੇ ਵੀ ਜਿਹੜੇ ਦੁਨਿਆਵੀ ਬਾਦਸ਼ਾਹ ਰਾਜੇ ਹੈਗੇ ਨੇ ਉਹਨਾਂ ਦੇ ਉੱਪਰ ਸੱਚਾ ਪਾਤਸ਼ਾਹ ਪਰਮਾਤਮਾ ਸਭ ਤੋਂ ਉੱਪਰ ਹੈ ਜੀ। ਤੇ ਇੱਥੇ ਜਿਹੜੇ ਸਿਰ ਪਾਤਸ਼ਾਹ ਇੱਕ ਵਚਨ ਆਇਆ, ਇੱਥੇ ਫਿਰ ਬਿੰਦੀ ਨਹੀਂ ਲਾਣੀ। ਆਪਾਂ ਪਾਠ ਕਰਾਂਗੇ ਪਾਤਸ਼ਾਹ। ਇਹ 621 ਨੰਬਰ ਅੰਕ ਦੇ ਉੱਤੇ ਆਇਆ ਹੋਇਆ ਜੀ। ਤੇ ਜਿਹੜਾ ਪਹਿਲਾ ਸੀਗਾ ਸਿਰ
ਪਾਤਸ਼ਾਹਾਂ ਸੱਚਾ ਸੋਏ, ਇਹ 1144 ਅੰਕ ਦੇ ਉੱਤੇ ਆਇਆ ਹੋਇਆ ਜੀ। ਹੁਣ ਇੱਕ ਪੰਕਤੀ ਹੋਰ ਹੈ ਜੀ ਇੱਕ ਵਚਨ ਦੀ, ਮੇਰਾ ਪ੍ਰਭ ਸਾਚਾ, ਇੱਥੇ ਵਿਸਰਾਮ ਲਾਉਣਾ ਜੀ, ਮੇਰਾ ਪ੍ਰਭ ਸਾਚਾ, ਵੀ ਮੇਰਾ ਪ੍ਰਭੂ ਸੱਚਾ ਹੈਗਾ, ਸਦਾ ਟਲ ਹੈਗਾ, ਸਦ ਹੀ ਸਾਚਾ, ਹਮੇਸ਼ਾ ਹੀ ਸੱਚਾ ਹੈਗਾ, ਹਮੇਸ਼ਾ ਹੀ ਟਲ ਹੈਗਾ। ਸਿਰ ਸਾਹਾਂ, ਇੱਥੇ ਨਾ ਸਾਹਾਂ ਦੇ ਉੱਤੇ ਨਾ ਬਿੰਦੀ ਲਾਈ ਹੋਈ ਹੈ, ਕਿਉਂਕਿ ਸਾਹਾਂ ਬਹੁ ਵਚਨ ਹੈ ਤਾਂ ਬਿੰਦੀ ਲੱਗੀ ਆ। ਸਿਰ ਸਾਹਾਂ ਪਾਤਸ਼ਾਹ ਹੈ, ਹੁਣ ਇੱਥੇ ਪਾਤਸ਼ਾਹਾਂ ਨਹੀਂ ਕਰਨਾ ਹੈਗਾ, ਕਿਉਂਕਿ ਜਿਹੜਾ ਪਾਤਸ਼ਾਹ ਆਇਆ ਇਹ ਪ੍ਰਮਾਤਮਾ ਵਾਸਤੇ ਆਇਆ, ਇੱਥੇ ਇੱਕ ਵਚਨ ਹੈ ਪ੍ਰਮਾਤਮਾ, ਇੱਥੇ ਪਾਤਸ਼ਾਹਾਂ ਪਾਠ ਨਹੀਂ ਕਰਨਾ, ਇੱਥੇ ਪਾਤਸ਼ਾਹ ਪਾਠ ਕਰਨਾ। ਮੇਰਾ ਪ੍ਰਭ ਸਾਚਾ, ਸਦ ਹੀ ਸਾਚਾ, ਸਿਰ ਸ਼ਾਹਾਂ ਪਾਤਸ਼ਾਹ ਹੈ, ਇੱਥੇ ਇੱਕ ਵਚਨ ਹੈ, ਇਸ ਲਈ ਪਾਤਸ਼ਾਹਾਂ ਪਾਠ ਨਹੀਂ ਕਰਨਾ, ਪਾਤਸ਼ਾਹ ਪਾਠ ਕਰਨਾ, ਬਿਨਾਂ ਬਿੰਦੀ ਤੋਂ ਉਚਾਰਨ ਕਰਨਾ। ਅਗਲੀ ਪੰਕਤੀ ਹੈ ਜੀ ਪਾਤਸ਼ਾਹੀ, ਹਾਹੇ ਨੂੰ ਬਿਹਾਰੀ ਲੱਗੀ ਹੋਈ ਹੈ ਜੀ। ਇਹਦੇ ਅਰਥ ਵੀ ਦੋ ਤਰੀਕੇ ਨਾਲ ਹੁੰਦੇ ਨੇ, ਇਹਦਾ ਉਚਾਰਨ ਵੀ ਦੋ ਤਰੀਕਿਆਂ ਨਾਲ ਹੁੰਦਾ। ਵੀ ਜੇਕਰ ਇਹ ਇੱਕ ਵਚਨ ਹੈ ਤਾਂ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ, ਸੱਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਦੇਣੀ ਹੈ, ਪਾਤਸ਼ਾਹੀ ਤੇ ਪਾਤਸ਼ਾਹੀ, ਪਾਤਸ਼ਾਹੀ ਦਾ ਮਤਲਬ ਹੈ ਬਾਦਸ਼ਾਹੀ ਜੀ। ਤੇ ਜੇ ਇਹ ਬਹੁ ਵਚਨ ਹੋਵੇ ਫਿਰ ਹਾਹੇ ਦੀ ਬਿਹਾਰੀ ਦੇ ਨਾਲ ਉੱਤੇ ਬਿੰਦੀ ਲਾਣੀ ਹੈ। ਹੁਣ ਪਹਿਲਾਂ ਆਪਾਂ ਇਹਦੇ ਅਰਥ ਕਰਾਂਗੇ, ਫਿਰ ਦੇਖਾਂਗੇ ਵੀ ਇੱਕ ਵਚਨ ਹੈ ਜਾਂ ਬਹੁ ਵਚਨ ਹੈ। ਜੇ ਬਹੁ ਵਚਨ ਆ ਤੇ ਫਿਰ ਬਿੰਦੀ ਲਾਵਾਂਗੇ, ਜੇ ਇੱਕ ਵਚਨ ਆ ਤਾਂ ਫਿਰ ਇਹਨੂੰ ਬਿਨਾਂ ਬਿੰਦੀ ਤੋਂ ਉਚਾਰਨ ਕਰਨਾ। ਸੱਸੇ ਦੇ ਪੈਰ ਵਿੱਚ ਤਾਂ ਬਿੰਦੀ ਲੱਗਣੀ ਹੈ, ਕਿਉਂਕਿ ਫਾਰਸੀ ਦੇ ਅੱਖਰ ਨੇ ਇਹ। ਕਿ ਇਹਦਾ ਕਿੱਦਾਂ ਜੀ, ਇਹ ਦੇਖੋ ਨਾਨਕ ਪਾਤਸ਼ਾਹੀ, ਨਾਨਕ ਹੇ ਨਾਨਕ, ਨਾਨਕ ਦਾ ਕੱਕਾ ਮੁਕਤਾ, ਇਹਦਾ ਮਤਲਬ ਹੈ ਹੇ ਨਾਨਕ। ਪਾਤਸ਼ਾਹੀ ਪਾਤਸ਼ਾਹ, ਹੁਣ ਜਿਹੜਾ ਪਹਿਲਾ ਪਾਤਸ਼ਾਹੀ ਹੈ ਹਾਹੇ ਨੂੰ ਬਿਹਾਰੀ ਹੈ ਜੀ, ਇਹ ਬਹੁ ਵਚਨ ਹੈ। ਪਾਤਸ਼ਾਹ ਹਾਹੇ ਨੂੰ ਔਂਕੜ ਹੈ, ਇਹ ਇੱਕ ਵਚਨ ਹੈ। ਇਹ ਸ਼ਬਦ ਜੀ ਇੱਕ ਵਚਨ ਵਾਸਤੇ ਆਇਆ, ਇਸ ਕਰਕੇ ਇਸ ਨੂੰ ਪਾਤਸ਼ਾਹ ਪਾਠ ਕਰਾਂਗੇ। ਜੇ ਆਪਾਂ ਏਦਾਂ ਪਾਠ ਕਰੀਏ ਨਾਨਕ ਪਾਤਸ਼ਾਹੀ ਪਾਤਸ਼ਾਹ, ਸਾਹੋ ਪਾਠ ਨਹੀਂ ਕਰਨਾ ਹੈਗਾ। ਪਾਤਸ਼ਾਹੋ ਇੱਕ ਵਚਨ ਹੈ, ਪਰਮਾਤਮਾ ਵਾਸਤੇ ਆਇਆ। ਜੇ ਆਪਾਂ ਪਾਤਸ਼ਾਹੀ ਨੂੰ ਇੱਕ ਵਚਨ ਬਣਾਈਏ, ਪਾਤਸ਼ਾਹੀ ਮੈਨੇ ਮਹਾਰਾਜਾ, ਦੁਨਿਆਵੀ ਮਹਾਰਾਜਾ, ਵੀ ਅਕਾਲ ਪੁਰਖ ਵਾਹਿਗੁਰੂ ਇੱਕ ਰਾਜੇ ਦਾ ਬਾਦਸ਼ਾਹ। ਹੁਣ ਦੇਖੋ ਇੱਕ ਰਾਜੇ ਦਾ ਹੋਊਗਾ ਜਾਂ ਸਾਰਿਆਂ ਦਾ ਹੋਊਗਾ, ਉਹ ਸਾਰਿਆਂ ਦਾ ਹੀ ਪਾਤਸ਼ਾਹ ਹੈਗਾ, ਇਸ ਕਰਕੇ ਇਹ ਬਹੁ ਵਚਨ ਹੈ। ਨਾਨਕ ਪਾਤਸ਼ਾਹੀ ਪਾਤਸ਼ਾਹ, ਇੱਥੇ ਪਾਤਸ਼ਾਹੀ ਪਾਠ ਕਰਨਾ ਹੈਗਾ, ਕਿਉਂਕਿ ਇਹ ਬਹੁ ਵਚਨ ਹੈ ਜੀ। ਹੁਣ ਅੱਗੇ ਅਗਲੀ ਪੰਕਤੀ ਵਿੱਚ ਪਾਤਸ਼ਾਹੀ ਫੇਰ ਲਿਖਿਆ ਹੋਇਆ, ਕਾਇਮ ਦਾਇਮ ਸਦਾ ਪਾਤਸ਼ਾਹੀ। ਪਰਮਾਤਮਾ ਜਿਹੜੀ ਬਾਦਸ਼ਾਹੀ ਹੈ ਉਹ ਹਮੇਸ਼ਾ ਹੀ ਕਾਇਮ ਹੈ ਜੀ। ਹੁਣ ਇੱਥੇ ਪਾਤਸ਼ਾਹੀ ਦਾ ਮਤਲਬ ਹੈ ਬਾਦਸ਼ਾਹੀ। ਹੁਣ ਇੱਥੇ ਪਾਤਸ਼ਾਹੀ ਪਾਠ ਨਹੀਂ ਕਰਨਾ, ਇੱਥੇ ਪਾਠ ਕਰਨਾ ਕਾਇਮ ਦਾਇਮ ਸਦਾ ਪਾਤਸ਼ਾਹੀ। ਇਸ ਤਰ੍ਹਾਂ ਦਾ ਪਾਠ ਦੋ ਹੋ ਗਏ, ਇੱਕ ਬਿੰਦੀ ਵਾਲਾ, ਇੱਕ ਬਿਨਾਂ ਬਿੰਦੀ ਤੋਂ। ਜੇ ਇੱਕ ਵਚਨ ਹੈਗਾ ਤਾਂ ਬਿਨਾਂ ਬਿੰਦੀ ਤੋਂ ਪਾਠ ਕਰਨਾ ਬਿਹਾਰੀ ਨੂੰ, ਜੇ ਬਹੁ ਵਚਨ ਹੈ ਤਾਂ ਹਾਹੇ ਦੀ ਬਿਹਾਰੀ ਨਾਲ ਬਿੰਦੀ ਲਾ ਕੇ ਪਾਠ ਕਰਨਾ। ਇੱਕ ਪੰਕਤੀ ਇੱਕ ਹੋਰ ਸਰੂਪ ਆਉਂਦਾ ਜੀ ਏਦਾਂ, ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹੇ ਨੂੰ ਲਾਂ ਜੀ, ਆਪਣੇ ਸਿਹਾਰੀ ਲਾਣੀ ਸਿਹਾਰੀ ਹੈਗੀ ਜੀ। ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹੇ ਨੂੰ ਸਿਹਾਰੀ। ਹੁਣ ਇਹ ਵੀ ਪਾਠ ਪਾ ਨਹੀਂ ਕਰਨਾ ਪਾਤਸ਼ਾਹ, ਇਹਦੀ ਸਿਹਾਰੀ ਨਹੀਂ ਬੋਲਣੀ। ਇਹ ਸਿਹਾਰੀ ਇਸ ਕਰਕੇ ਲੱਗੀ ਹੈ ਕਿਉਂਕਿ ਇਹ ਕਾਰਕੀ ਅਰਥ ਦਿੰਦੀ ਹੈ, ਸਿਹਾਰੀ ਕਾਰਕੀ ਅਰਥ ਦਿੰਦੀ ਹੈ, ਵੀ ਪਾਤਸ਼ਾਹ ਨੇ। ਜਿਸ ਤਰ੍ਹਾਂ ਜੀ ਹੈ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ, ਵੀ ਸੱਚੇ ਪਾਤਸ਼ਾਹ ਨੇ ਡੁੱਬਦੇ ਨੂੰ, ਮੈਨੂੰ ਡੁੱਬਦੇ ਨੂੰ, ਬਕਾਰਾਂ ਚ ਡੁੱਬਦੇ ਹੋਏ ਨੂੰ ਮੈਨੂੰ ਬਚਾ ਲਿਆ। ਨਾਨਕ ਪਾਤਸ਼ਾਹ ਨੇ, ਇਸ ਕਰਕੇ ਸਿਹਾਰੀ ਲੱਗੀ ਹੋਈ ਹੈ। ਅਰਥ ਪੈਦਾ ਕਰਾਂਗੇ ਪਾਤਸ਼ਾਹ ਨੇ, ਉਚਾਰਨ ਕਰਾਂਗੇ ਪਾਤਸ਼ਾਹ। ਇਹਨੂੰ ਪਾਤਸ਼ਾਹੇ ਸਿਹਾਰੀ ਬੋਲਣ ਦੀ ਕੋਸ਼ਿਸ਼ ਨਹੀਂ ਕਰਨੀ। ਸਿਹਾਰੀ ਮਤਲਬ ਇਹ ਅਰਥ ਕਰਨ ਵਾਸਤੇ ਹੈ, ਉਚਾਰਨ ਕਰਨ ਵਾਸਤੇ ਨਹੀਂ ਹੈਗੀ, ਇਸ ਕਰਕੇ ਇਹਦਾ ਉਚਾਰਨ ਬਣ ਗਿਆ ਪਾਤਸ਼ਾਹ ਜੀ। ਅੱਗੇ ਹੈ ਜੀ, ਮਾਰਿਆ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਨੇ ਮਾਰ ਦਿੱਤਾ। ਅਰਥ ਸਿੱਧੇ ਜੇ ਬਣ ਗਏ, ਵੇਖ ਧੁਰ ਕਰਮ ਚਾ, ਵੀ ਜਿਹੜੇ ਸਾਡੇ ਕਰਮ ਨੇ ਉਹਨਾਂ ਨੂੰ ਦੇਖ ਕੇ ਪਾਤਸ਼ਾਹ ਨੇ ਮਾਰ ਦਿੱਤਾ, ਸਾਨੂੰ ਸਜ਼ਾ ਦਿੱਤੀ। ਹੁਣ ਇਹਦਾ ਵੀ ਪਾਤਸ਼ਾਹ ਦਾ ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹੇ ਨੂੰ ਸਿਹਾਰੀ। ਇਹ ਜਿਹੜੀ ਹਾਹੇ ਨੂੰ ਸਿਹਾਰੀ ਹੈਗੀ ਹੈ, ਇਹ ਅਰਥ ਕਰਨ ਵਾਸਤੇ ਹੈ, ਉਚਾਰਨ ਕਰਨ ਵਾਸਤੇ ਨਹੀਂ ਹੈਗੀ। ਇਹਦਾ ਵੀ ਬਣਦਾ ਸੱਚੇ ਪਾਤਸ਼ਾਹ ਨੇ ਮਾਰਿਆ, ਮਾਰ ਦਿੱਤਾ। ਇੱਥੇ ਵੀ ਅਸਾਂ ਸਿਹਾਰੀ ਲਾਉਣੀ ਹੈਗੀ ਹੈ ਜੀ। ਹੁਣ ਇਹਦੇ ਵਿੱਚ ਇੱਕ ਅੱਖਰ ਕੱਲਾ ਸਹਿ ਆ ਜਾਂਦਾ, ਸੱਸਾ ਹਾਹਾ ਸਹਿ, ਸੱਸਾ ਹਾਹੇ ਨੂੰ ਸਿਹਾਰੀ ਸਹਿ, ਸੱਸਾ ਹਾਹੇ ਨੂੰ ਔਂਕੜ ਸ਼ਹਿ,
ਸੱਸਾ ਹਾਹੇ ਨੂੰ ਦਲਾਵਾਂ ਵੀ ਹੈ, ਸ਼ਹ ਹੈ। ਹੁਣ ਇਹਦੇ ਅਰਥ ਵੈਸੇ ਕਈ ਬਣ ਜਾਂਦੇ ਨੇ, ਆਪਾਂ ਬਹੁਤਾ ਡਿਟੇਲ ਵਿੱਚ ਨਹੀਂ ਜਾਣਾ ਵੀ ਜੇਕਰ ਇਹਨਾਂ ਦਾ ਸੰਖੇਪ ਕਰੋ ਜੀ ਸ਼ਬਦ ਜਗੀਰ ਸਿੰਘ ਜੀ, ਆਪਣਾ ਹਾਂਜੀ ਸਵਾਲ ਕਵਰ ਹੋ ਗਿਆ, ਇਹ ਤਾਂ ਨਵਾਂ ਸ਼ੁਰੂ ਹੋ ਗਿਆ, ਆਪਾਂ ਸਮਾਂ ਜ਼ਿਆਦਾ ਹੋ ਰਿਹਾ, ਹਾਂਜੀ ਪਲੀਜ਼ ਠੀਕ ਹੈ क्षमा ਜੀ। ਕਰਨਾ। ਇਹ ਫਿਰ ਆਪਾਂ ਅਗਲੀ ਵਾਰੀ ਦੇਖ ਲਾਂਗੇ ਕਦੇ। ਹਾਂਜੀ ਬਸ ਇਹਦਾ ਵੀ ਆਪਾਂ ਨੇ ਜੀ ਸ਼ਾਰਟਕਟ ਵੀ ਇੱਕ ਦੱਸ ਦੇਣਾ ਜੀ, ਵੀ ਇਹਨੂੰ ਸ਼ਹਿ ਪਾਠ ਕਰਨਾ, ਇਹਨੂੰ ਸ਼ਾਹੋ ਪਾਠ ਨਹੀਂ ਕਰਨਾ, ਸਾਹੇ ਪਾਠ ਨਹੀਂ ਕਰਨਾ, ਕਿਉਂਕਿ ਇਹ ਸਿਹਾਰੀ ਜਾਂ ਔਂਕੜ ਅਰਥਾਂ ਵਾਸਤੇ ਹੁੰਦੀ ਹੈ, ਉਚਾਰਨ ਵਾਸਤੇ ਨਹੀਂ ਹੁੰਦੀ। ਇਹ ਜਿਹੜੇ ਸ਼ਹਿ ਹੋ ਗਿਆ, ਚਾਹੇ ਹਾਹਾ ਮੁਕਤਾ ਹੈਗਾ, ਚਾਹੇ ਸਿਹਾਰੀ ਹੈਗੀ ਹੈ, ਚਾਹੇ ਹਾਹੇ ਨੂੰ ਔਂਕੜ ਹੈਗਾ, ਇਹਨਾਂ ਦਾ ਉਚਾਰਨ ਨਹੀਂ ਕਰਨਾ। ਸੱਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਸ਼ਹਿ ਪਾਠ ਕਰਨਾ ਜੀ। ਵਾਹਿਗੁਰੂ ਜੀ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਡਿਟੇਲ ਵਿੱਚ ਵੀਰ ਜੀ ਨੇ ਦੱਸਿਆ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸਾਧ ਸੰਗਤ ਜੀ, ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਹੈ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜਾ ਏਕ ਓਂਕਾਰ ਹੈ, ਉਹਦਾ ਜਿਹੜਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਨੂੰ ਮਿਲਦਾ, ਪਰ ਜਿਹੜਾ ਅੱਜ ਕੱਲ੍ਹ ਪ੍ਰਚਲਿਤ ਹੈ ਲੋਕੀ ਲਿਖਣ ਵਿੱਚ, ਜਾਂ ਕੋਈ ਆਰਟਿਸਟ ਲੋਕ ਨੇ, ਉਹ ਇਹਦੀ ਸ਼ਕਲ ਜਿਹੜੀ ਹੈ, ਇਹਦੀ ਜਿਹੜਾ ਸਰੂਪ ਹੈ, ਉਹ ਬੜਾ ਬਦਲਿਆ ਨਜ਼ਰ ਆ। ਖਾਸ ਕਰਕੇ ਹੁਣ ਸੋਸ਼ਲ ਮੀਡੀਆ ਤੇ ਤਾਂ ਤੁਸੀਂ ਦੇਖੋਗੇ ਕਿ ਕਈ ਤਰ੍ਹਾਂ ਦੇ 5, 7, 8 ਤਰ੍ਹਾਂ ਦੇ ਸਰੂਪ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ, ਕਿਉਂਕਿ ਹਰ ਚੀਜ਼ ਦੀ ਯੂਨੀਫਾਰਮਿਟੀ ਹੋਣੀ ਚਾਹੀਦੀ, ਇਕਸਾਰਤਾ ਹੋਣੀ ਚਾਹੀਦੀ ਹੈ। ਔਰ ਅਸੀਂ ਫਾਲੋ ਤੇ ਮੇਰੇ ਹਿਸਾਬ ਨਾਲ ਉਹਨੂੰ ਕਰਨਾ ਚਾਹੀਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਮਿਲਦਾ। ਪਰ ਇਹ ਜਿਹੜੇ ਵੱਖਰੇ ਸਰੂਪ ਆਉਂਦੇ ਨੇ, ਇਹਨਾਂ ਦਾ ਕਾਰਨ ਕੀ ਹੈ? ਮੈਂ ਬੇਨਤੀ ਕਰ ਰਿਹਾ ਵੀਰ ਤਜਿੰਦਰ ਸਿੰਘ ਜੀ ਨੂੰ, ਉਹ ਸਾਨੂੰ ਕਿਰਪਾ ਕਰਕੇ ਇਹ ਤੇ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਪ ਜੀ ਇਹ ਦੇਖ ਰਹੇ ਹੋ, ਤੁਹਾਨੂੰ ਠੀਕ ਹੈ। ਪੁੱਠੇ ਨਜ਼ਰ ਆ ਰਹੇ ਨੇ, ਸਿੱਧੇ ਨਜ਼ਰ ਆ ਰਹੇ ਨੇ? ਨਹੀਂ, ਠੀਕ ਆ ਰਹੇ ਨੇ। ਹਾਂਜੀ, ਇਹ ਜਿਹੜੇ 4 ਸਰੂਪ ਨੇ, ਇਹ ਨਾਰਮਲੀ ਜਿਹੜੇ ਨੇ ਇਹ ਲਿਖੇ ਹੋਏ ਮਿਲਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ, ਜਿੱਥੇ ਕਿਤੇ ਵੀ ਲੋਕਾਂ ਨੇ ਗੁਟਕੇ ਛਾਪੇ ਨੇ ਜਾਂ ਕੁਝ ਹੋਰ ਇਸ਼ਤਿਹਾਰਬਾਜ਼ੀ ਕਰਦੇ ਨੇ, ਸਲਾਈਡਾਂ ਤੇ ਪਾਉਂਦੇ ਨੇ, ਵੀਡੀਓ ਤੇ ਪਾਉਂਦੇ ਨੇ। ਲੇਕਿਨ ਇਸ ਤੋਂ ਸਭ ਤੋਂ ਉੱਪਰ ਜੋ ਅਸਲੀ ਹੈ ਸਰੂਪ, ਉਹ ਇਹ ਵਾਲਾ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਦੇ ਆਰੰਭ ਵਿੱਚ ਹੀ ਆਉਂਦਾ ਹੈ। ਤਾਂ ਆਓ ਇਸ ਦੀ ਆਪਾਂ ਥੋੜੀ ਜਿਹੀ ਵਿਚਾਰ ਕਰੀਏ ਕਿ ਇਹ ਕਿਉਂ ਇਸ ਤਰ੍ਹਾਂ ਹੈ, ਇਹਦੇ ਅਰਥ ਕਿਉਂ ਹਨ। ਕਿਉਂ ਜੇ ਅਸੀਂ ਇਹਨੂੰ ਵਿਗਾੜ ਦਿੰਦੇ ਹਾਂ ਤੇ ਫਿਰ ਇਹਦੇ ਅਰਥਾਂ ਦਾ ਅਨਰਥ ਬਣ ਜਾਂਦਾ ਹੈ। ਤੇ ਕਿਉਂਕਿ ਜਿਹੜੇ ਦੂਸਰੇ ਨੇ ਉਹਨਾਂ ਦੇ ਵਿੱਚ ਜਿਹੜਾ ਓੰਗ ਲਿਖਿਆ ਹੈ, ਜਿਹੜਾ ਉਹ ਓੰਗ ਜਿਹੜਾ ਹੈ, ਉਹ ਵੀ ਹੋਰ ਤਰੀਕੇ ਨਾਲ ਊੜੇ ਦੇ ਉੱਤੇ ਲੰਮਾ ਪਿਆ ਹੋਇਆ ਹੈ, ਤੇ ਕੋਈ ਜਿਹੜਾ ਉਸ ਤੋਂ ਪਰੇ ਗਿਆ ਹੋਇਆ, ਕੋਈ ਉਸ ਤੋਂ ਜਿਹੜੀ ਹੈ ਉਹ ਪੂਛਲ ਵਾਂਗਣ ਕੱਢ ਕੇ ਹਨੂਮਾਨ ਦੀ ਤੇ ਉੱਤੇ ਨੂੰ ਉਹਨੂੰ ਖਿੱਚਿਆ ਹੋਇਆ। ਤੋ ਇਹ ਸਾਰੇ ਜਿਹੜੇ ਹਨ, ਇਹ ਅਸਲ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਆਸ਼ਾ ਸੀ, ਉਸਦੇ ਉਲਟ ਜਾਂਦਾ ਹੈ। ਆਓ ਅਸੀਂ ਦੇਖੀਏ ਵੀ ਇਹ ਜਿਹੜਾ ਏਕ ਓਂਕਾਰ ਦਾ ਸਰੂਪ ਹੈ, ਉਹ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੋ ਏਕ ਓਂਕਾਰ ਜਿਹੜਾ ਹੈ, ਉਸਦੇ ਜਿਹੜੇ ਉਚਾਰਨ ਦੇ ਪੱਖੋਂ ਵੀ ਅਸੀਂ ਦੇਖਣਾ ਹੈ ਔਰ ਅਰਥਾਂ ਦੇ ਪੱਖੋਂ ਵੀ ਦੇਖਣਾ ਹੈ। ਤੇ ਉਚਾਰਨ ਵੇਲੇ ਇਸ ਦੇ 3 ਹਿੱਸੇ ਕੀਤੇ ਜਾਂਦੇ ਹਨ। ਇੱਕ ਜਿਹੜਾ ਕਿ ਊੜੇ ਤੋਂ ਪਹਿਲਾਂ ਲਿਖਿਆ ਹੈ, ਉਹ ਇੱਕ ਹੈ। ਇੱਕ ਦਾ ਮਤਲਬ ਪਰਮਾਤਮਾ ਇੱਕ ਹੈ, ਸੰਸਾਰ ਦੇ ਵਿੱਚ ਇੱਕੋ ਹੀ ਪਰਮਾਤਮਾ ਹੈ, ਔਰ ਸ੍ਰਿਸ਼ਟੀ ਨੂੰ ਪਾਲਣ ਵਾਲਾ, ਸਾਜਣ ਵਾਲਾ ਤੇ ਉਸ ਨੂੰ ਸਮੇਟਣ ਵਾਲਾ। ਤੋ ਇਹ ਜਿਹੜੇ ਹੋਰ ਕਨਸੈਪਟ ਦੂਸਰੇ ਧਰਮਾਂ ਦੇ ਸੀਗੇ ਕਿ ਕੋਈ ਪੈਦਾ ਕਰਨ ਵਾਲਾ ਹੋਰ ਹੈ, ਮਾਰਨ ਵਾਲਾ ਹੋਰ ਹੈ, ਤੇ ਉਸ ਨੂੰ ਸੰਘਾਰਨ ਵਾਲਾ ਹੋਰ ਹੈ, ਸਮੇਟਣ ਵਾਲਾ। ਤੋ ਇਹ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅੱਗੇ ਅੱਖਰ ਲਗਾ ਕਰਕੇ, ਨੂਮੈਰੀਕਲ ਲਗਾ ਕਰਕੇ ਇਹ ਪ੍ਰੂਵ ਕਰ ਦਿੱਤਾ ਕਿ ਇਹ ਇੱਕ ਗੱਲ ਮੈਂ ਹੋਰ ਕਹਿ ਦਿਆਂ ਕਿ ਇੱਕੋ ਇੱਕ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਹੈ ਗ੍ਰੰਥ ਹੈ ਜਾਂ ਵਿਚਾਰ ਹੈ, ਸਾਡੇ ਕੋਲ ਟੈਸਟਾਮੈਂਟ ਹੈ, ਜਿਹੜਾ ਨੂਮੈਰੀਕਲ ਤੋਂ ਸ਼ੁਰੂ ਹੁੰਦਾ ਹੈ। ਬਾਕੀ ਸਾਰੇ ਹਨ ਉਹ ਅੱਖਰਾਂ ਤੋਂ ਸ਼ੁਰੂ ਹੁੰਦੇ ਹਨ। ਤੇ ਇਹ ਵੀ ਗੱਲ ਹੈ ਕਿ ਇੱਕ ਕਹਿਣ ਦੇ ਨਾਲ ਮਤਲਬ ਜਿਹੜੀ ਦੁਐਤਾ ਭਾਵ ਹੈ ਜਾਂ ਦੁਤੀਆ ਭਾਵ ਹੈ, ਉਹ ਖਤਮ ਹੁੰਦਾ ਹੈ। ਤੇ ਇਸ ਦਾ ਉਚਾਰਨ ਜਿਹੜਾ 3 ਹਿੱਸਿਆਂ 'ਚ ਹੈ। ਜਿਹੜਾ ਪਹਿਲਾ ਇੱਕ ਹੁਣੇ ਆ ਵਿਚਾਰ ਕੀਤੀ ਅਸੀਂ, ਤੇ ਉਸ ਤੋਂ ਬਾਅਦ ਹੈ ਊੜਾ ਬਣਿਆ ਹੈ, ਔਰ ਊੜੇ ਜਿਹੜਾ ਹੈ, ਇਸ ਦੇ ਅਰਥ ਜਿਹੜੇ ਹਨ, ਇਸ ਦਾ ਉਚਾਰਨ ਅਸੀਂ ਓੰਗ ਕਰਦੇ ਹਾਂ। ਤੇ ਉਸ ਦੇ ਉੱਪਰ ਇੱਕ ਕਾਰ ਲੱਗੀ ਹੋਈ ਹੈ, ਉਹ ਇਨਫਿਨਿਟੀ ਹੈ। ਇਨਫਿਨਿਟੀ ਦਾ ਮਤਲਬ ਲਗਾਤਾਰ, ਇੱਕ ਰਸ ਔਰ ਲਗਾਤਾਰ। ਤੋ ਇਹ ਜਿਹੜੇ ਤਿੰਨੋਂ ਅੱਖਰ ਹਨ, ਉਸਦੇ ਅਸੀਂ ਸੰਖੇਪ ਵਿੱਚ ਵਿਚਾਰ ਜਿਹੜੇ ਅਸੀਂ ਦੇਖੇ ਹਨ ਕਿ ਇਹਨਾਂ ਨੂੰ ਜਿਹੜਾ ਉਹ ਅੱਖਰ ਹੈ, ਇਸ ਨੂੰ ਤਿੰਨ ਰੂਪਾਂ ਦੇ ਅੰਦਰ ਜਿਹੜੇ ਹਨ ਉਹ ਦੱਸਿਆ ਗਿਆ ਹੈ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਅਮਰਕੋਸ਼ ਅਨੁਸਾਰ ਇਸ ਦੇ 3 ਅਰਥ ਹਨ। ਡਾਕਟਰ ਸਾਹਿਬ ਸਿੰਘ ਜੀ ਨੇ ਜਿਹੜਾ ਟੀਕਾ ਛਾਪਿਆ ਹੈ
ਉਹਦੇ ਵਿੱਚ ਇਹ ਇਸ ਤਰੀਕੇ ਨਾਲ ਉਹਨਾਂ ਨੇ ਐਕਸਪਲੇਨੇਸ਼ਨ ਦਿੱਤੀ ਹੈ। ਤੇ ਦੂਸਰਾ ਅੱਖਰ ਹੈ ਕਿ ਕਿਸੇ ਹੁਕਮ ਜਾਂ ਪ੍ਰਸ਼ਨ ਆਦਿਕ ਦੇ ਉੱਤਰ ਵਿੱਚ ਆਦਰ ਅਤੇ ਸਤਿਕਾਰ ਨਾਲ ਜੀ ਹਾਂ ਆਖਣਾ। ਸੋ ਇਹ ਓੰਗ ਦਾ ਅਰਥ ਹੈ ਜੀ ਹਾਂ। ਤੇ ਤੀਸਰਾ ਅਰਥ ਉਹਨਾਂ ਲਿਖਿਆ ਉਹ ਓੰਗ ਦਾ ਮਤਲਬ ਲਿਖਿਆ ਬ੍ਰਹਮ। ਤੋ ਡਾਕਟਰ ਸਾਹਿਬ ਸਿੰਘ ਜੀ ਨੇ ਔਰ ਹੋਰ ਵਿਦਵਾਨਾਂ ਨੇ ਵੀ ਇਸ ਨੂੰ ਇਸੇ ਸਰੂਪ ਦੇ ਵਿੱਚ ਲਿਆ ਹੈ ਕਿ ਉਹ ਬ੍ਰਹਮ ਜੋ ਸ੍ਰਿਸ਼ਟੀ ਦਾ ਕਰਤਾ ਹੈ, ਉਸ ਨੂੰ ਪਾਲਣ ਵਾਲਾ ਹੈ, ਸੰਘਾਰਨ ਵਾਲਾ ਹੈ, ਔਰ ਉਹ ਸ੍ਰਿਸ਼ਟੀ ਦੇ ਵਿੱਚ ਆਪ ਵਸਿਆ ਹੋਇਆ ਹੈ, ਉਹ ਬ੍ਰਹਮ ਹੈ। ਤੋ ਇਹਨਾਂ ਵਿੱਚੋਂ ਜਿਹੜਾ ਇਹ ਸ਼ਬਦ ਲੈ ਕਰਕੇ ਸਾਨੂੰ ਉਹਦੇ ਅੱਗੇ ਇੱਕ ਲਿਖ ਦਿੱਤਾ। ਇਸ ਦਾ ਭਾਵ ਇਹ ਹੈ ਕਿ ਇੱਥੇ ਓੰਗ ਦਾ ਅਰਥ ਹੈ ਉਹ ਹਸਤੀ ਜੋ ਇੱਕ ਹੈ, ਜਿਸ ਵਰਗਾ ਹੋਰ ਕੋਈ ਨਹੀਂ, ਅਤੇ ਜਿਸ ਵਿੱਚ ਇਹ ਸਾਰਾ ਜਗਤ ਸਮਾ ਜਾਂਦਾ ਹੈ, ਔਰ ਇੱਥੇ ਤੋਂ ਹੀ ਉਤਪਤੀ ਹੁੰਦੀ ਹੈ। ਤੀਜਾ ਹਿੱਸਾ ਹੈ ਕਾਰ, ਜਿਸ ਦਾ ਉਚਾਰਨ ਹੈ ਕਾਰ। ਭਾਵ ਸੰਸਕ੍ਰਿਤ ਦਾ ਇੱਕ ਪਿਛੇਤਰ ਹੈ। ਆਮ ਤੌਰ ਤੇ ਇਹ ਪਿਛੇਤਰ ਨਾਮ ਦੇ ਅਖੀਰ ਵਿੱਚ ਵਰਤਿਆ ਜਾਂਦਾ ਹੈ। ਇਸ ਦਾ ਅਰਥ ਹੈ ਇੱਕ ਰਸ ਜਿਸ ਵਿੱਚ ਤਬਦੀਲੀ ਨਾ ਆਵੇ। ਸੋ ਇਸ ਪਿਛੇਤਰ ਦੇ ਲਾਣ ਨਾਲ ਨਾਮ ਦੇ ਲਿੰਗ ਵਿੱਚ ਕੋਈ ਫਰਕ ਨਹੀਂ ਪੈਂਦਾ। ਭਾਵ ਜੋ ਨਾਮ ਪਹਿਲਾਂ ਪੁਲਿੰਗ ਹੈ ਤਾਂ ਇਸ ਪਿਛੋਕੜ ਦੇ ਲੱਗਦਿਆਂ ਵੀ ਪੁਲਿੰਗ ਹੀ ਰਹਿੰਦਾ ਹੈ। ਜੋ ਪਹਿਲਾਂ ਇਸਤਰੀ ਲਿੰਗ ਹੋਵੇ ਤਾਂ ਇਹ ਪਿਛੇਤਰ ਦੇ ਸਮੇਤ ਵੀ ਇਸਤਰੀ ਲਿੰਗ ਰਹਿੰਦਾ ਹੈ। ਜਿਵੇਂ ਪੁਲਿੰਗ ਹੋਵੇ ਨੰਨਾ ਕਾਰ ਨਾ ਕੋਏ ਕਰੇਈ, ਰਾਖੇ ਆਪ ਵਡਿਆਈ ਦੇਈ। ਕੀਮਤ ਸੋ ਪਾਵੈ ਆਪ ਜਾਣਾਵੈ, ਆਪ ਅਭੁੱਲ ਨਾ ਭੁੱਲੈ। ਜੈ ਜੈਕਾਰ ਕਰੇ ਤੁਧ ਭਾਵੈ, ਗੁਰ ਕੈ ਸ਼ਬਦ ਅਮੁੱਲ ਹੈ। ਸਹਿਜੇ ਰੁਣ ਚੁਨਕਾਰ ਸੁਹਾਇਆ, ਤਾਂ ਕਿ ਘਰ ਪਾਰ ਬ੍ਰਹਮ ਸਮਾਇਆ। ਤੋ ਜੇ ਇਸਤਰੀ ਲਿੰਗ ਹੋਵੇ ਤੇ ਦਇਆ ਧਾਰੀ ਤਿਨ ਧਾਰਨਹਾਰ, ਬੰਧਨ ਤੇ ਹੋਈ ਛੁਟਕਾਰ। ਤੋ ਹੋਰ ਵੀ ਐਗਜ਼ਾਮਪਲ ਹਨ, ਲੇਕਿਨ ਅਸੀਂ ਸਾਰੇ ਨਹੀਂ ਲੈਣੇ ਇੱਥੇ। ਤੋ ਇਸ ਦਾ ਜੋ ਸਮੁੱਚਾ ਸਾਡੇ ਸਾਹਮਣੇ ਭਾਵ ਆਉਂਦਾ ਹੈ ਏਕ ਓੰਕਾਰ ਦਾ, ਇਹ ਹੈ ਕਿ ਉਹ ਏਕ ਓੰਕਾਰ ਦਾ ਉਚਾਰਨ ਹੈ ਇੱਕ ਓੰਕਾਰ, ਅਤੇ ਇਸ ਦਾ ਅਰਥ ਹੈ ਇੱਕ ਅਕਾਲ ਪੁਰਖ, ਸੋ ਜੋ ਇੱਕ ਰਸ ਔਰ ਸਰਬ ਵਿਆਪਕ ਹੈ। ਆਸ ਹੈ ਜਿਨ੍ਹਾਂ ਵੀਰਾਂ ਨੇ ਸਵਾਲ ਕੀਤਾ ਹੈ ਉਹਨਾਂ ਨੂੰ ਇਸ ਦਾ ਜਵਾਬ ਜਿਹੜਾ ਮਿਲ ਗਿਆ ਹੋਵੇਗਾ। ਹੋਰ ਵੀ ਅਗਰ ਉਹਨਾਂ ਦਾ ਕੋਈ ਸੰਸ਼ਾ ਹੋਵੇ ਤਾਂ ਉਹ ਲਿਖ ਕੇ ਪਾ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੋ ਵੀਰ ਜੀ ਨੇ ਬੜੀ ਡਿਟੇਲ ਵਿੱਚ ਏਕ ਓੰਕਾਰ ਦਾ ਭਾਵ ਵੀ ਸਮਝਾ ਦਿੱਤਾ, ਸਰੂਪ ਦੀ ਗੱਲ ਵੀ ਹੋ ਗਈ ਹੈ। ਤੋ ਬੇਨਤੀ ਹੈ ਸਾਧ ਸੰਗਤ ਜੀ, ਬਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਕੁਝ ਵੀ ਦਰਜ ਹੈ, ਕਿਸੇ ਨੂੰ ਕੋਈ ਅਥਾਰਟੀ ਨਹੀਂ ਕਿ ਉਹਦਾ ਕੋਈ ਵੀ ਹਿੱਸਾ ਜਾਂ ਕੋਈ ਵੀ ਸ਼ਬਦ ਜਿਹੜਾ ਅੱਗੇ ਪਿੱਛੇ ਵੀ ਕਰ ਸਕੇ। ਤੋ ਇਸ ਕਰਕੇ ਜੋ ਏਕ ਓੰਕਾਰ ਦਾ ਜੋ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਜਿਹੜਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ, ਉਹ ਉਸੇ ਤਰ੍ਹਾਂ ਹੀ ਰਹਿਣਾ ਚਾਹੀਦਾ। ਉਹ ਸਾਨੂੰ ਆਪ ਜਾਗਰੂਕ ਹੋਣਾ ਚਾਹੀਦਾ ਕਿ ਜਿਹੜੇ ਕਿਤੇ ਅਸੀਂ ਵੀ ਆਰਟਿਸਟਿਕ ਕੋਈ ਕੰਮ ਕਰਨਾ ਹੋਵੇ ਤੇ ਉਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਬਾਕੀ ਤੇ ਕਿਤੇ ਕਰ ਸਕਦੇ ਹਾਂ, ਪਰੰਤੂ ਗੁਰਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਕੁਝ ਇੰਦਰਾਜ਼ ਨੇ, ਉਹਨਾਂ ਨਾਲ ਕੋਈ ਵੀ ਕਿਸੇ ਕਿਸਮ ਦਾ ਮਤਲਬ ਵਾਧਾ ਘਾਟਾ ਜਿਹੜਾ ਕਿਸੇ ਦੀ ਕੋਈ ਅਥਾਰਟੀ ਨਹੀਂ ਹੈ। ਤੋ ਕਿਰਪਾ ਕਰਕੇ ਸਾਨੂੰ ਆਪ ਹੀ ਜਾਗਰੂਕ ਹੋਣਾ ਚਾਹੀਦਾ ਤੇ ਏਕ ਓੰਕਾਰ ਦਾ ਜੋ ਸਹੀ ਸਰੂਪ ਫੋਲੋ ਕਰਨਾ ਚਾਹੀਦਾ। ਜਿੱਥੇ ਸਾਨੂੰ ਸਹੀ ਸਰੂਪ ਨਹੀਂ ਮਿਲਦਾ ਉੱਥੇ ਉਹਨਾਂ ਨੂੰ ਪੁਆਇੰਟ ਆਊਟ ਜ਼ਰੂਰ ਕਰੋ, ਕਿਉਂਕਿ ਦਾਸ ਨੇ ਦੇਖਿਆ ਵੀ ਕਈ ਗੁਰਦੁਆਰਾ ਸਾਹਿਬ ਵਿਖੇ ਜਿਸ ਤਰ੍ਹਾਂ ਰਿਵਾਜ ਹੈ ਵੀ ਪਿੱਤਲ ਦੇ ਬਣਾਏ ਏਕ ਓੰਕਾਰ ਦੀ ਜਿਹੜੀ ਹੈ ਉਹ ਉੱਥੇ ਰੱਖੀ ਹੁੰਦੀ ਹੈ, ਤਾਂ ਉਹਨਾਂ ਵਿੱਚ ਵੀ ਜਿਹੜਾ ਉਹ ਏਕ ਓੰਕਾਰ ਦਾ ਸਰੂਪ ਹੈ ਉਹ ਠੀਕ ਨਹੀਂ। ਤੇ ਜੇਕਰ ਗੁਰਦੁਆਰਾ ਸਾਹਿਬਾਨ ਵਿੱਚ ਪਿਆ ਜਾਂ ਕੋਈ ਪਿਕਚਰ ਜਾਂ ਕੋਈ ਉਹਦੀ ਕੋਈ ਆਈਡੋਲ ਬਣੀ ਏਕ ਓੰਕਾਰ ਦੀ ਪਈ ਹੈ, ਅਗਰ ਉਹ ਠੀਕ ਨਹੀਂ ਹੈ ਤਾਂ ਸੰਗਤ ਨੂੰ ਆਪਾਂ ਕੀ ਦੱਸਾਂਗੇ। ਤਾਂ ਮੇਰੀ ਬੇਨਤੀ ਹੈ ਵੀ ਇਹ ਛੋਟੀਆਂ ਗੱਲਾਂ ਹੁੰਦੀਆਂ ਨੇ, ਪਰ ਕਈ ਵਾਰੀ ਇਹਨਾਂ ਦਾ ਬੜਾ ਲੌਂਗ ਲਿਵਿੰਗ ਇਫੈਕਟ ਪੈ ਜਾਂਦਾ। ਤੋ ਇਹ ਕਿਉਂ ਹੋ ਰਿਹਾ, ਇਹ ਤਾਂ ਵਾਹਿਗੁਰੂ ਜੀ ਜਾਣਦੇ ਨੇ ਵੀ ਕਿਉਂ ਹੋ ਰਿਹਾ, ਜਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ ਹੋਣਾ, ਪਰ ਸਾਨੂੰ ਆਪਣੇ ਤੌਰ ਤੇ ਇਸ ਗੱਲ ਦਾ ਪੂਰਾ ਖਿਆਲ ਰੱਖਣ ਦੀ ਲੋੜ ਹੈ। ਤੇ ਤਜਿੰਦਰ ਸਿੰਘ ਦਾ ਧੰਨਵਾਦ ਹੈ, ਉਹਨਾਂ ਨੇ ਸਾਨੂੰ ਪੂਰੇ ਡਿਟੇਲ ਦੇ ਨਾਲ ਜਿੱਥੇ ਸਰੂਪ ਦੀ ਗੱਲ ਕੀਤੀ ਹੈ ਉੱਥੇ ਅਰਥ ਜਿਹੜੇ ਨੇ ਏਕ ਓੰਕਾਰ ਦੀ ਬਣਤਰ ਬਾਰੇ ਵੀ ਸਾਨੂੰ ਦੱਸਿਆ। ਬਹੁਤ ਬਹੁਤ ਧੰਨਵਾਦ ਜੀ। ਆਓ ਸਾਧ ਸੰਗਤ ਜੀ, ਵੀਰ ਅਵਤਾਰ ਸਿੰਘ ਸੋਹਲ ਸਾਡੇ ਬੜੇ ਪੁਰਾਣੇ ਮਿਸ਼ਨਰੀ ਵਰਕਰ ਨੇ, ਬੜੇ ਅੱਛੇ ਬੁਲਾਰੇ ਨੇ, ਲਿਖਾਰੀ ਨੇ। ਅੱਜ ਕੱਲ੍ਹ ਕੁਝ ਸਿਹਤ ਕਹਿੰਦੇ ਨੇ ਸਾਥ ਨਹੀਂ ਦੇ ਰਹੀ, ਇਸ ਕਰਕੇ ਕਦੀ ਸਾਹਮਣੇ ਨਹੀਂ ਪ੍ਰਗਟ ਹੋਏ। ਉਹਨਾਂ ਨੇ ਜਿਹੜਾ ਸਵਾਲ ਭੇਜਿਆ ਉਹ ਹੈ ਕਿ ਤੈਸਾ ਅੰਮ੍ਰਿਤ ਤੈਸੀ ਬਿਕ ਖਾਟੀ, ਇਹ ਅੰਮ੍ਰਿਤ ਤੇ ਜ਼ਹਿਰ ਜਿਹੜੇ ਨੇ ਇੱਕ ਸਮਾਨ ਕਿਵੇਂ ਹੋ ਗਏ। ਮੈਂ ਬੇਨਤੀ ਕਰ ਰਿਹਾ ਵੀ MP ਸਿੰਘ ਜੀ ਨੂੰ ਬਈ ਜ਼ਰਾ ਸਮਝਾਓ ਜੀ, ਬਈ ਇਹ ਅੰਮ੍ਰਿਤ ਤੇ ਜ਼ਹਿਰ ਜਿਹੜੇ ਨੇ ਇੱਕ ਸਮਾਨ ਕਿਵੇਂ ਨੇ, ਆਇਆ ਇਹੀ ਇਹਦਾ ਅਰਥ ਬਣਦਾ ਜਾਂ ਕੁਝ ਹੋਰ ਹੈ। ਵੀ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜੀ ਪੰਕਤੀ ਵੀਰ ਜੀ ਨੇ
ਸਵਾਲ ਵਿੱਚ ਲਿਖੀ ਹੈ ਉਹ ਗੁਰੂ ਅਰਜਨ ਪਾਤਸ਼ਾਹ ਦੀ ਉਚਾਰਨ ਕੀਤੀ ਬਾਣੀ ਸੁਖਮਨੀ ਸਾਹਿਬ ਦੇ ਵਿੱਚੋਂ ਹੈ। ਇਹ 9ਵੀਂ ਅਸ਼ਟਪਦੀ ਦੇ ਵਿੱਚ ਇਹ ਪਦਾ ਹੈ ਜੋ ਆਪ ਜੀ ਦੇ ਸਾਹਮਣੇ ਸਕਰੀਨ ਤੇ ਡਿਸਪਲੇ ਵੀ ਹੋ ਰਿਹਾ ਹੈ। ਉਹ ਕਿਸੇ ਵੀ ਪੰਕਤੀ ਦਾ ਅਰਥ ਕਰਨਾ ਹੋਵੇ, ਅਸੀਂ ਅੱਗੇ ਵੀ ਬੜੀ ਵਾਰੀ ਇਹ ਬੇਨਤੀ ਕੀਤੀ ਹੈ ਕਿ ਇਕੱਲੀ ਪੰਕਤੀ ਦੇ ਅਰਥ ਕਰਨ ਦੀ ਬਜਾਏ ਉਹਦਾ ਜੋ ਰੈਫਰੈਂਸ ਟੂ ਦੀ ਕੰਟੈਕਸਟ ਹੈ ਉਹਨੂੰ ਧਿਆਨ ਵਿੱਚ ਰੱਖ ਕੇ ਅਰਥ ਕੀਤੇ ਜਾਣੇ ਚਾਹੀਦੇ ਹਨ। तो ये जी 9वीं अष्टपदी है, इनू अगर जो शुरुआत तो देखा जाए तो ਇਹਦਾ आरंभ जड़ा है वो हर पदे के अंदर किसी ना किसी ऐसे व्यक्ति की गल करता है जड़े उस वेले दे धार्मिक खेत्र दे विच अपने अपने अलग अलग सिस्टम के मुताबिक विचरते सन। लोक दे विच भी अपरस की गल की गई है। अष्टपदी का जो पहला पदा है वह भी शुरू होता है मिथ्या ना ही रसना परस मन में प्रीत निरंजन दरस। तो वो अखीरली पहले पदे की पंक्ति है कि नानक कोट मदे को ऐसा अपरस। तो वैसे अपरस जड़े भारतीय समाज विचरते सन वो एक वक्री तरह का अपना भेख रख के और अपरस तो भाव वो लेंदे सन भी किसी नाल छूना नहीं है। उन्होंने अपने आप को जड़ा है निवेकला जा करके रखना है। तो जिवें शायद उदों भी उन्होंने कोरोना का डर होवे तो किसी नाल छूंदे नहीं सन, सब तो वखरे वखरे रहंदे सन। तो पर गुरु साहब ने अपरस लफज दे जो गुरमत के सिद्धांतों के अनुसार जो उहदे अंदर गुण होने चाहिए हैं तो गुरु साहब ने वो बयान करके कि भाई मन की वासना मन ते टरै इंद्री जित पंच दोख ते रहत नानक कोट मदे को ऐसा अपरस। तो पहले पदे च अपरस की गल की है। इसे तरह ही दूसरे पदे दे विच वैष्णो की गल की है। तो दूसरी अष्टपदी का दूसरा पदा खत्म होता है कि नानक वो वैष्णो परमगत पावे। तो ये वैष्णो के जोड़े वैष्णव जोड़े उत्थे भारतीय समाज अपने आप को वैष्णव अखवाते सन उन्हों की गल की है। तीसरे पदे के अंदर भगौती फिरका एक है तो उन्होंने गल करदे होया फिर गुरु साहब ने जो गुण होने चाहिए ना करके ते तीसरे पदे की जी आखिरी पंक्ति गल की है कि नानक ऐसा भगौती भगवंत को पावे कि जे भगौती ये वाले गुण होन तां ही वो परमात्मा नूं पा सकता है। इसी तरह ही चौथे पदे के अंदर पंडित की गल की है तो चौथा पदा खत्म होता है कि चौवर्णा को दे उपदेश नानक उस पंडित को सदा आदेश। आदेश तो भाव नमस्कार। तो ये जरा सुचज्जा पंडित है वो गल की है। इसी तरह ही पंजवें पदे के अंदर इस जुगती की गल की गई है कि किहड़ी जुगती है जिहदे नाल धर्म की पालना की जा सकती है, धर्म को प्रैक्टिस किया जा सकता है। तो वो गल्लां आईयां हन सर्व रोग का औखद नाम कल्याण रूप मंगल गुणगाम काहू जुगत किते ना पाइए धर्म नानक तिस मिले जिस लिखिया धुर करम। कि परमात्मा वालों जिन्होंने बख्शिश होंदी है वो मस्तक के उत्ते लिखिया होंदा है वो ही धर्म कमा सकता है, होर किसी तरीके नाल धर्म की कमाई नहीं हो सकती। तो छेवें पदे के अंदर इस तरह ही जोड़े रामदासी अखवाते सन अपने आप को उन्होंने गल की गई है। और छेवां पदा अंत होंदा है कि सगल संग आत्म उदास ऐसी जुगत नानक रामदास। कि असल रामदासिया असल रामदास वो है जोड़ा अपने अंदर ही माया तो निर्लेप होवे ऐसी इस जुगत के नाल वो रामदास अखवा सकता है। तो हुण जिस पंक्ति की आपां गल करनी वो 7वां पदा है और ये आरंभ होंदा है जी प्रभ की आज्ञा आत्म हितावै जीवन मुकत सो कहावै तैसा हरख तैसा उस सोग सदा आनंद तह नहीं वियोग तैसा स्वर्ण तैसी उस माटी तैसा अमृत तैसी बिख खाटी तैसा मान तैसा अभिमान। ये लफज जड़ा इत्थे अभिमान लिखा होया है हस्तलिखत बीड़ा में जिथे पाठ ते हित की गल आती है उत्थे लफज अपमान है पप्पे दे नाल है। तो ये इहदा ध्यान रखने की जरूरत है। तैसा रंक तैसा राजान जो वरताए साई जुगत नानक ओ पुरख कही है जीवन मुखत। तो आखिरी पंक्ति तो ये सानू जो है ये संदेश मिल रहा है कि जे जीवन मुखत इंसान केड़ा हो सकता है ओदी गल इस 7वें पदे के अंदर की गई है।
तो ਜੀਵਨ ਮੁਕਤ ਦੇ ਗੁਣ ਜੋ ਬਿਆਨ ਕੀਤੇ ਹਨ ਗੁਰੂ ਅਰਜਨ ਪਾਤਸ਼ਾਹ ਨੇ, ਇਹ ਆਪ ਜੀ ਨੇ ਸਾਰਿਆਂ ਨੇ ਹੀ ਰਿਅਲਾਈਜ਼ ਕੀਤਾ ਹੋਏਗਾ ਕਿ ਬਿਲਕੁਲ ਉਹੀ ਅਵਸਥਾ ਬਿਆਨ ਕੀਤੀ ਹੈ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਕ ਸ਼ਬਦ ਦੇ ਵਿੱਚ ਬਿਆਨ ਕਰਦੇ ਹਨ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਮਾਨਾ, ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਹੀਂ ਤੈ ਘਟ ਬ੍ਰਹਮ ਨਿਵਾਸਾ। तो ये सारिया गल्लां सिमिलर ही हैं। तो भाव की है कि इस शब्द के अंदर भी जीवन मुकत बंदा किवें हो सकता है, ਉਹਦੀ ਗੱਲ ਕੀਤੀ गई है कि भी ਉਹਦੇ वास्ते दुनियावी प्राप्ति या दुनियावी लाभ या नुकसान ਉਹਦੀ कोई वैल्यू नहीं है। जिन्हां चीज़ां नूं दुनिया किसी प्राप्ति का निशान मंदी है कि भी मेरे कोल सोना बहुता होवे ते मैं बाकियां नालों बेहतर हाँ, या मेरे घर खुशी बहुती होवे तां मतलब मैं दूजियां नालों चंगी अवस्था का मालक हाँ, मेरे घर खुशी होवे कदी दुख ना आवे तां मैं दूजियां नालों चंगी अवस्था वाला हाँ। तो ऐसी कोई गल ना करदे होया गुरु साहब ने सगों एक बिल्कुल सहज की अवस्था की गल की है कि प्रभ की आज्ञा आत्म हितावै, अपने आप नूं हमेशा ही परमात्मा की रजा नूं हितावे तो पावे मिठी करके मन्ने, हित वाली जाने अपने भले दी जाने, जो प्रभु का हुक्म है उन्होंने ही अपने वास्ते चंगा मन्ने। असल जीवन मुकत जिहड़ा बंदा है वो कहा सकता है। तो जिहड़ा इस तरीके की रजा दे विच राजी रहना सीख जाता है ਉਹਦੇ वास्ते खुशी और शोक बराबर ने। आनंद वो हमेशा आनंद की अवस्था च रहिंदा। आनंद एक ऐसी अवस्था जिहड़ी प्राप्त हो जाए तो फिर इंसान नूं वो कदी अवस्था जाती नहीं है। आम दुनिया दे विच खुशी गमी सुख दुख ये सब एक दूजे के विरोधी भाव आते जाते रहते हैं, पर आनंद की अवस्था ऐसी है जिहड़ी एक बार प्राप्त जिहड़ा इंसान कर लैंदा है वो फिर सਦੀवी आनंद का सुख मानता है, रस मानता है। तो उन्होंने फिर मुड़ के कभी वियोग विछोड़े दो तो दुख हुंदा ही नहीं है, क्योंकि उसकी सुरत हमेशा परमात्मा के नाल जुड़ी रहती है। उन्होंने परमात्मा के चरणों तो कभी वियोग या विछोड़ा नहीं होंदा है। इसलिए दुनियावी चीज़ों की वो वास्ते कोई हुकत ही नहीं रही। जैसा जिहो जिहा सोना तो वो जी मिट्टी, उन्होंने कोई परवाह ही नहीं होंदी, कोई लालच ही कभी होंदा नहीं है। तो उसे कंटैक्स्ट फिर गल आई अगे कि तैसा अमृत तैसी बिख खाटी, कि ਉਹਦੇ वास्ते वो वस्तुआं ਜਿਹੜੀਆਂ अमृत समान स्वादलियां अमृत समान चंगियां रस देन वालियां हैं ते या कौड़ियां जहर वालियां वस्तुआं हैं, वो सारियां एक बराबर हैं। भावें दुनिया जड़ी उन्हां चीज़ां नूं जहरीला मन के कौड़ा मन के ग्रहण करन तो परहेज करती होवे, ਉਹਦੇ मुकाबले च जड़ियां कोई होर स्वादलियां या सुख देन वालियां वस्तुआं ने उन्हां नूं अमृत समान मन के। तो ये गल कोई अमृत उसदी नहीं हो रही जिहड़ा अमृत कोई आत्मक नाम देन वाला, जिस तरह बाणी च नाम नूं अमृत कहा गया, अमृत नाम का रेफरेंस नहीं है। ये दुनियावी वस्तुआं जड़ियां सुखदायक ने ते बिख वस्तुआं वो जड़ियां शरीर नूं कष्ट देन वालियां ने। तो वो इस पावर्थ च लफ्ज वरते गए हैं। अमृत कोई वो नाम अमृत या कोई ऐसा अमृत जिहड़ा सो कॉल्ड देवतियां ने अमृत जिहड़ा समुंदर चों कढिया सी ਉਹਦੇ ਨਾਲ कोई ਇਹਦਾ रेफरेंस नहीं है। ਤੇ ना ही उस ਜ਼ਹਿਰ ਦੇ ਨਾਲ रेफरेंस है ਜਿਹੜੀ ਜ਼ਹਿਰ ਸਮੁੰਦਰ ਮੰਥਨ ਚੋਂ ਵੀ ਨਿਕਲੀ ਸੀਗੀ, ਕਿ ਜਾਂ ਜਿਹੜੀ ਜ਼ਹਿਰ ਨੂੰ ਆਮ ਤੌਰ ਦੇ ਉੱਤੇ ਸੱਪ ਦੀ ਜ਼ਹਿਰ ਹੁੰਦੀ ਹੈ ਜਿਹੜੀ ਉਹ ਉਸ ਤਰੀਕੇ ਦੀ ਜ਼ਹਿਰ ਨਹੀਂ ਹੈ। ਇੱਥੇ ਗੱਲ ਅੰਮ੍ਰਿਤ ਔਰ ਬਿਖ ਜਿਹੜੇ ਹਨ ਰਿਲੇਟਿਵ ਟਰਮ ਦੇ ਵਿੱਚ ਯੂਜ਼ ਕੀਤੇ ਗਏ ਹਨ। ਉਹ ਵਸਤੂਆਂ ਜਿਹੜੀਆਂ ਰਸ ਭਰਪੂਰ ਹਨ ਤੇ ਉਹ ਵਸਤੂਆਂ ਜਿਹੜੀਆਂ ਬਿਲਕੁਲ ਵੀ ਸੁਖ ਨਹੀਂ ਦਿੰਦੀਆਂ ਹੈਗੀਆਂ ਬਲਕਿ ਕਸ਼ਟਦਾਇਕ ਹੁੰਦੀਆਂ ਹਨ। तो उस सेंस है तो क्योंकि ये बंदा जिस जीवन मुकत जिहदी गल हो रही है वो परमात्मा की रजा विच हर हाल च राजी रहिंदा है, उन्होंने कभी ना दुख ते ना सुख हुंदा है। तो इसलिए वो वास्ते ये सारियां वस्तुआं एक समान ने, चाहे वो रसदायक होण ते चाहे वो कष्टदायक होण। तो इस तरह ही तैसा अपमान वो वास्ते अपमान लफज जिहड़ा है वो मान तो उल्टे अर्थ रखता है। तैसा रंक तैसा राजान, जिहो जिहा कोई गरीब है तिहो जिहा वो वास्ते राजा है। सो जो वरताए साई जुगत, तो जो रजा परमात्मा वरतांदा है वही उसनों ही वो अपने जीवन की जुगती करके मनता है। तो ऐसे इंसान नूं गुरु साहब कहते हैं कि वो जीवन मुकत सही अर्थां दे विच मन्निया जा सकता है। तो अमृत और बिख जिहड़े लफज ने इत्थे रिलेटिव सेंस विच आए ने कि सुखदायक रसदायक वस्तुआं ते या कष्टदायक
ਵਾਲੀਆਂ ਵਸਤੂਆਂ ਜਾਂ ਜਿਹੜੀਆਂ ਮਾੜੇ ਸਵਾਦ ਵਾਲੀਆਂ ਵਸਤੂਆਂ ਜਾਂ ਮਾੜੇ ਸੈਂਸੇਸ਼ਨ ਸਰੀਰ ਨੂੰ ਕਸ਼ਟ ਦੇਣ ਵਾਲੀਆਂ ਵਸਤੂਆਂ ਨੇ। ਉਹ ਇਹ ਇਤਨੀ ਬੇਨਤੀ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ, ਬੜਾ ਖੋਲ ਕੇ ਆਪ ਜੀ ਨੇ ਦੱਸਿਆ ਕਿ ਇੱਥੇ ਜਿਹੜਾ ਅੰਮ੍ਰਿਤ ਹੈ ਇਸ ਤੋਂ ਭਾਵ ਕਿ ਦੁਨਿਆਵੀ ਜਿਹੜੀਆਂ ਚੀਜ਼ਾਂ ਵਿੱਚ ਅਸੀਂ ਦੌੜਦੇ ਹਾਂ ਸਾਨੂੰ ਚੰਗੀਆਂ ਲੱਗਦੀਆਂ ਨੇ, ਬਿਖ ਤੋਂ ਭਾਵ ਹੈ ਜਿਹੜੀਆਂ ਮਾਰੀਆਂ ਨੇ। ਤੋ ਸਾਧ ਸੰਗਤ ਗੱਲ ਤੇ ਵੀਰ ਜੀ ਨੇ ਜਿਵੇਂ ਐਕਸਪਲੇਨ ਕੀਤੀ MP ਸਿੰਘ ਜੀ ਨੇ, ਗੱਲ ਹੈ ਸਹਿਜ ਅਵਸਥਾ ਦੀ। ਸਹਿਜ ਅਵਸਥਾ ਇੱਕ ਬੜੀ ਉੱਚੀ ਅਵਸਥਾ ਹੈ, ਉੱਚੀ ਆਤਮਿਕ ਅਵਸਥਾ ਹੈ। ਇਹਨੂੰ ਬ੍ਰਹਮ ਗਿਆਨ ਕਿਹਾ ਹੈ ਨਾ, ਉੱਚੀ ਅਵਸਥਾ ਨੂੰ। ਪਰ ਮੇਰੇ ਮਨ 'ਚ ਕਈ ਵਾਰ ਆਉਂਦਾ ਵੀ ਖਿਆਲ ਕਰੀਏ ਵੀ ਸੱਚਮੁੱਚ ਜੇ ਉਸ ਅਵਸਥਾ ਤੇ ਜਿਹੜੇ ਪੁੱਜ ਜਾਂਦੇ ਹੋਣਗੇ ਉਹ ਕਿੰਨੇ ਕੁ ਆਨੰਦ ਵਿੱਚ ਰਹਿੰਦੇ ਹੋਣਗੇ ਵੀ ਕਿਸੇ ਚੀਜ਼ ਨਾਲ ਕੋਈ ਪਕੜ ਨਹੀਂ। ਆਪਾਂ ਪੜ੍ਹਦੇ ਜਾਣੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੀ ਜਲ ਮੈਂ ਕਮਲ ਲੇਪ, ਔਰ ਉਹ ਨਿਰਲੇਪ ਅਵਸਥਾ ਹੋਏਗੀ ਕੈਸੀ, ਕਿੰਨੀ ਵਧੀਆ ਹੋਏਗੀ। ਤੋ ਗੁਰੂ ਮਹਾਰਾਜ ਨੇ ਦੇਖੋ ਸਾਨੂੰ ਟਾਰਗੇਟ ਇਹ ਰੱਖਿਆ ਹੈਗਾ ਕਿ ਬ੍ਰਹਮ ਗਿਆਨ ਭਾਵ ਸਭ ਤੋਂ ਉੱਚਾ ਗਿਆਨ। ਸੋ ਬਾਣੀ ਸਾਨੂੰ ਇੱਕ ਐਸਾ ਚੈਲੰਜ ਦਿੰਦੀ ਹੈ, ਇੱਕ ਐਸਾ ਟਾਰਗੇਟ ਹੈ ਕਿ ਅਸੀਂ ਉੱਥੇ ਪਹੁੰਚਣਾ ਹੈ ਜਿੱਥੇ ਦੁਨਿਆਵੀ ਪਕੜ ਸਾਰੀ ਖਤਮ ਹੋ ਜਾਏ। ਤੇ ਅੱਜ ਤੇ ਦੁਨੀਆ ਦੇ ਵਿੱਚ ਆਪਾਂ ਦੇਖਦੇ ਹਾਂ ਕਿੰਨਾ ਰੌਲਾ ਗੋਲਾ ਹੈ, ਕਿੰਨੇ ਝਗੜੇ ਨੇ। ਝਗੜੇ ਕਿਸ ਗੱਲ ਦੇ? ਪਕੜ ਦਾ ਹੀ ਝਗੜਾ। ਸੋ ਜੇਕਰ ਪਕੜ ਤੋਂ ਢਿੱਲੇ ਹੋਈਏ ਤੇ ਦੁਨੀਆ ਵਿੱਚ ਬਹੁਤ ਸੰਸਾਰ ਵਿੱਚ ਸੁੱਖ ਸ਼ਾਂਤੀ ਵਰਤ ਸਕਦੀ ਹੈ ਜੇਕਰ ਆਪਾਂ ਆਪਣੇ ਜਿਹੜੀਆਂ ਇਹ ਪਰਸਨਲ ਟੇਸਟ ਨੇ ਜਿਹਨਾਂ ਵਿੱਚ ਅਸੀਂ ਦੌੜੇ ਫਿਰਦੇ ਹਾਂ ਉਹਨਾਂ ਤੋਂ ਅਸੀਂ ਗੁਰੇਜ਼ ਕਰੀਏ। ਤੇ ਇਹਦੇ 'ਚ ਸਿਰਫ ਕੋਈ ਖਾਣ ਪੀਣ ਦੀਆਂ ਚੀਜ਼ਾਂ ਦੂਜੀਆਂ ਨਹੀਂ ਆਉਂਦੀਆਂ। ਅਸੀਂ ਕਈਆਂ ਲੋਕਾਂ ਨੂੰ ਬੜਾ ਕਹਿੰਦੇ ਜੀ ਬੜੇ ਮਿੱਠੇ ਪਿਆਰੇ ਦੋਸਤ ਨੇ, ਕਈਆਂ ਨਾਲ ਨਫ਼ਰਤ ਕਰਦੇ ਹਾਂ। ਪਰ ਮੇਰੇ ਖਿਆਲ ਹੈ ਸਹਿਜ ਅਵਸਥਾ ਜਿੱਥੇ ਐਸੀ ਅਵਸਥਾ ਹੈ ਕਿ ਜਿੱਥੇ ਜਾ ਕੇ ਸਾਰੇ ਹੀ ਬਰਾਬਰ, ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਪਿਆਰ। ਸਤਿਗੁਰੂ ਜੀ ਕਿਰਪਾ ਕਰੋ, ਜੇ ਆਪਾਂ ਸਾਡੀ ਝੋਲੀ ਵਿੱਚ ਆਪ ਜੀ ਨੇ ਗੁਰਬਾਣੀ ਪਾਈ ਹੈ ਤਾਂ ਸਾਨੂੰ ਇੰਨੀ ਸਮਰੱਥਾ ਦਿਓ ਕਿ ਅਸੀਂ ਉਸ ਅਨੁਸਾਰ ਚੱਲ ਕੇ ਅਸੀਂ ਵੀ ਉਸ ਸਹਿਜ ਅਵਸਥਾ ਦੀ ਵਿੱਚ ਪਹੁੰਚੀਏ। ਧੰਨਵਾਦ ਵੀਰ ਜੀ ਦਾ ਇੱਕ ਵਾਰੀ ਫੇਰ। ਤੋ ਸਾਧ ਸੰਗਤ ਜੀ ਅਗਲਾ ਸਵਾਲ ਆਪਾਂ ਚੱਲਦੇ ਹਾਂ। ਤੋ ਕਈ ਵਾਰੀ ਕਈ ਸ਼ਬਦ ਜਿਹੜੇ ਨੇ ਉਹ ਕਿਸੇ ਖਾਸ ਮੌਕੇ ਤੇ ਪੜ੍ਹੇ ਜਾਂਦੇ ਨੇ, ਹਾਲਾਂਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਔਰ ਸਾਨੂੰ ਵੀ ਇਹ ਆਪਣੇ ਬਿਲਕੁਲ ਜ਼ਿਹਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਾਰੀ ਬਾਣੀ ਜਿਤਨੀ ਬਾਣੀ ਹੈ ਸਾਰੀ ਬਾਣੀ ਦਾ ਇੱਕ ਉਦੇਸ਼ ਹੈ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕੋ ਵਿਚਾਰ ਹੈ ਸਾਰੀ ਬਾਣੀ, ਕੋਈ ਦੋ ਨਹੀਂ ਹੈ। ਪਰ ਫਿਰ ਵੀ ਕਈ ਵਾਰੀ ਕਈਆਂ ਮੌਕਿਆਂ ਤੇ ਖਾਸ ਸ਼ਬਦ ਪੜ੍ਹੇ ਜਾਂਦੇ ਨੇ, ਕੋਈ ਹਰਜ ਨਹੀਂ ਪੜ੍ਹਨ ਦਾ, ਜਦ ਮਰਜ਼ੀ ਪੜ੍ਹੋ। ਪਰ ਮਨ 'ਚ ਇਹ ਨਾ ਆਵੇ ਖਿਆਲ ਕਿ ਇਹ ਸ਼ਬਦ ਜਿਹੜਾ ਹੈ ਇਹ ਇਸੇ ਲਈ ਜ਼ਰੂਰੀ ਹੈ, ਕਿਉਂਕਿ ਕਈਆਂ ਮਤਾਂ ਵਿੱਚ ਕਈ ਮੰਤਰ ਨੇ ਜਿਹੜੇ ਖਾਸ ਉਦੇਸ਼ ਲਈ ਔਰ ਖਾਸ ਸਮੇਂ ਹੀ ਉਚਾਰੇ ਜਾ ਸਕਦੇ ਨੇ। ਪਰ ਬਾਣੀ ਐਸੀ ਨਹੀਂ ਹੈ, ਬਾਣੀ ਤੇ ਜਿਸ ਵੇਲੇ ਮਰਜ਼ੀ ਪੜ੍ਹੋ। ਤੋ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਇੱਕ ਵਾਰੀ ਬੜਾ ਵਧੀਆ ਦੱਸਿਆ ਸੀ ਕਿ ਗੁਰਬਾਣੀ ਤਾਂ ਇਹ ਮਿਸ਼ਰੀ ਦੀ ਡਲੀ ਹੈ, ਜਦ ਮਰਜ਼ੀ ਜਿੱਥੋਂ ਮਰਜ਼ੀ ਚੱਕ ਲਓ ਤੁਹਾਨੂੰ ਸਵਾਦ ਆ। ਸੋ ਇਸ ਕਰਕੇ ਬਾਣੀ ਕਦ ਪੜ੍ਹਨੀ ਹੈ? ਜਦ ਵੀ ਸਮਾਂ ਮਿਲੇ ਵੱਧ ਤੋਂ ਵੱਧ ਬਾਣੀ ਪੜ੍ਹੀਏ, ਪਰ ਬਾਣੀ ਨੂੰ ਕਿਸੇ ਵਹਿਮਾਂ ਭਰਮਾਂ ਨਾਲ ਨਾ ਜੋੜੀਏ। ਤੋ ਆਓ ਸਾਧ ਸੰਗਤ, ਸਾਡੇ ਕੋਲ ਇੱਕ ਸਵਾਲ ਆਇਆ ਡਾਕਟਰ ਸੁਰਿੰਦਰ ਸਿੰਘ ਜੀ ਕੋਹਲੀ ਵੱਲੋਂ ਕਿ ਪੂਤਾ ਮਾਤਾ ਕੀ ਅਸੀਸ ਸ਼ਬਦ ਜਿਹੜਾ ਹੈ ਅਕਸਰ ਪੜ੍ਹਿਆ ਜਾਂਦਾ, ਇਸ ਸ਼ਬਦ ਦਾ ਡੂੰਘਾ ਭਾਵ ਕੀ ਹੈ? ਮੈਂ ਬੇਨਤੀ ਕਰ ਰਿਹਾ ਵੀਰ ਹਰਜੀਤ ਸਿੰਘ ਜੀ ਨੂੰ ਕਿ ਇਹਦਾ ਭਾਵ ਸਾਨੂੰ ਸਮਝਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਸਿੱਖ ਦੇ ਜੀਵਨ ਦੀ ਥੰਮੀ ਹੈ ਜਿਸ ਨੇ ਜੀਵਨ ਦੇ ਵਿੱਚ ਚੇਂਜ ਲਿਆਉਣੀ ਹੈ। ਇਹ ਸ਼ਬਦ ਗੁਜਰੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਕ 496 ਤੇ ਇਹ ਪਾਵਨ ਬਚਨ ਸ਼ੁਭਦ ਹਨ। ਜੇ ਅਸੀਂ ਇਸ ਸ਼ਬਦ ਨੂੰ ਜਰਾ ਖਿਆਲ ਨਾਲ ਗੌਰ ਨਾਲ ਪੜ੍ਹੀਏ ਤਾਂ ਇੱਕ ਗੱਲ ਬੜੀ ਸਪਸ਼ਟ ਜਿਹੀ ਹੋ ਜਾਂਦੀ ਹੈ ਕਿ ਇਹਦੇ ਵਿੱਚ ਕਿਸੇ ਖਾਸ ਮੌਕੇ ਜਾਂ ਕਿਸੇ ਖਾਸ ਸਮੇਂ ਤੇ ਪੜ੍ਹਨ ਦੀ ਹਦਾਇਤ ਨਹੀਂ ਕੀਤੀ ਗਈ, ਸਗੋਂ ਵਾਹਿਗੁਰੂ ਦੇ ਨਾਮ ਦੀ ਵਡਿਆਈ ਕਰਕੇ ਇੱਕ ਜਗਿਆਸੂ ਨੂੰ ਇਹ ਗੱਲ ਸਮਝਾਈ ਗਈ ਹੈ ਕਿ ਤੂੰ ਇੱਕ ਖਿੰਨ ਦੇ ਸਮੇਂ ਵਿੱਚ ਵੀ ਉਸ ਵਾਹਿਗੁਰੂ ਨੂੰ ਯਾਦ ਨੂੰ ਨਾ ਭੁਲਾ, ਕਿਉਂਕਿ ਉਹਦੀਆਂ ਇਹ ਬਰਕਤਾਂ ਹਨ। ਬਾਕੀ ਸ਼ਬਦ ਦੇ ਵਿੱਚ ਸਾਰੇ ਵਿੱਚ ਵਾਹਿਗੁਰੂ ਦੇ ਨਾਮ ਦੀਆਂ ਬਰਕਤਾਂ ਦੱਸੀਆਂ ਗਈਆਂ ਹਨ ਵੀ ਨਾਮ ਨਾਲ ਜੀਵਨ ਵਿੱਚ ਕੀ ਚੇਂਜ ਆਉਂਦੀ ਹੈ, ਕੀ ਤਬਦੀਲੀ ਆਉਂਦੀ ਹੈ, ਕਿਸ ਤਰ੍ਹਾਂ ਹੋਰ ਚੇਂਜ ਆ ਜਾਏਗੀ, ਕਿਸ ਤਰ੍ਹਾਂ ਬਦਲੀ ਆ ਜਾਏਗੀ ਉਹ ਇਹਦੀ ਯਾਦ ਵਿੱਚ ਜੁੜਨ ਦੇ ਨਾਲ। ਤੋ ਸਾਰਾ ਸ਼ਬਦ ਜਿਹੜਾ ਹੈ ਵਾਹਿਗੁਰੂ ਜੀ ਨੇ ਸਾਨੂੰ ਸਾਡੇ ਜੀਵਨ ਵਿੱਚ ਆਉਣ ਵਾਲੀ ਤਬਦੀਲੀ ਦਾ ਜ਼ਿਕਰ ਕਰਦਿਆਂ ਹੋਇਆਂ ਬਾਰ-ਬਾਰ, ਜਿਵੇਂ ਗੁਰਬਾਣੀ ਦਾ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਦੁਹਰਾਈ ਗਈ ਹੈ
ਉਹੀ ਗੱਲ ਇਸ ਸ਼ਬਦ ਵਿੱਚ ਵੀ ਦੱਸੀ ਗਈ ਹੈ। ਇਹ ਸ਼ਬਦ ਸ਼ੁਰੂ ਹੁੰਦਾ, ਜਿਸ ਸਿਮਰਤ ਸਭ ਕਿਲ ਵਿਖਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਤਾਂ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਤੋ ਇਹ ਰਹਾਉ ਦੀ ਪੰਕਤੀ ਹੈ। ਇੱਕ ਗੱਲ ਬੜੀ ਸਪਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੋਈ ਸ਼ਬਦ ਦੁੱਖ ਵਾਲਾ ਨਹੀਂ, ਕੋਈ ਸੁੱਖ ਵਾਲਾ ਨਹੀਂ। ਇਹ ਗੱਲ ਸਾਨੂੰ ਗੱਲ ਸਮਝਣੀ ਚਾਹੀਦੀ ਹੈ। ਹੁਣੇ ਅਸੀਂ ਜਿਹੜੀ ਪਿਛਲੇ ਸਵਾਲ ਦਾ ਜਵਾਬ ਸੁਣਿਆ, ਜੇ ਜੀਵਨ ਮੁਕਤ ਕਹਾਉਣਾ ਜਾਂ ਜੀਵਨ ਮੁਕਤ ਹੋਣਾ ਹੈ ਤਾਂ ਫਿਰ ਉਹ ਅਵਸਥਾ ਤੇ ਪਹੁੰਚਣਾ ਪਏਗਾ। ਜੇ ਸਾਡੇ ਮਨਾਂ ਵਿੱਚ ਇਹ ਵਿਚਾਰ ਆ ਗਿਆ ਜੀ ਇਹ ਸ਼ਬਦ ਤਾਂ ਕੌੜਾ ਹੈ, ਕਈ ਵਾਰੀ ਹੁਕਮ ਆ ਜਾਏ ਤਾਂ ਅਸੀਂ ਕਹਿੰਦੇ ਬਦਲ ਦਿਓ ਭਾਈ ਸਾਹਿਬ ਜੀ, ਇਹ ਤਾਂ ਗੁਰੂ ਸਾਹਿਬ ਨੇ ਹੁਕਮ ਹੀ ਠੀਕ ਨਹੀਂ ਦਿੱਤਾ, ਬੜਾ ਕੌੜਾ ਹੁਕਮ ਆਇਆ, ਇਹ ਸ਼ਬਦ ਮਿੱਠਾ ਹੈ, ਮਿਸ਼ਰੀ ਦੀ ਡਲੀ ਹੈ, ਇਹ ਅੰਮ੍ਰਿਤ ਹੈ, ਇਹ ਬਿੱਖ ਹੈ, ਇਹ ਜ਼ਹਿਰ ਹੈ। ਤਾਂ ਫਿਰ ਜੀਵਨ ਮੁਕਤ ਤਾਂ ਸੁਪਨੇ 'ਚ ਵੀ ਨਹੀਂ ਸੋਚਣਾ ਚਾਹੀਦਾ, ਜਾਂ ਜੀਵਨ ਮੁਕਤ ਹੋਣ ਦੀ ਕਹਾਣੀ ਤਾਂ ਸਾਨੂੰ ਸੋਚਣੀ ਨਹੀਂ ਚਾਹੀਦੀ। ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਇੱਕ ਅਸੀਸ ਬਖਸ਼ਦੇ ਇਹ ਗੱਲ ਸਮਝਾਉਂਦੇ ਨੇ, ਇਹ ਜਗਿਆਸੂਓ, ਫਿਰ ਗੁਰੂ ਸਿੱਖੋ, ਤੁਸੀਂ ਕੀ ਕਰੋ, ਵਾਹਿਗੁਰੂ ਦੇ ਨਾਮ ਵਿੱਚ ਜੁੜੋ। ਸਾਨੂੰ ਪੁੱਤਰ ਕਹਿ ਕੇ ਸੰਬੋਧਨ ਕੀਤਾ ਗੁਰੂ ਪਾਤਸ਼ਾਹ ਜੀ ਨੇ। ਇਹ ਨਹੀਂ ਕਿ ਗੁਰੂ ਜੀ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਇਹ ਸ਼ਬਦ ਨਾ ਪੜੋ, ਇਹ ਸ਼ਬਦ ਨਾ ਪੜੋ, ਜਾਂ ਇਹਦਾ ਗਾਇਨ ਕਰ ਲਓ, ਕਿਸੇ ਪ੍ਰੋਪਰ ਨਾਲ ਜੋੜ ਦਿਓ, ਕਿਸੇ ਸਮੇਂ ਨਾਲ ਜੋੜ ਦਿਓ। ਆਮ ਤੌਰ ਤੇ ਅਸੀਂ ਦੇਖਿਆ ਹੋਏਗਾ ਵੀ ਸ਼ਬਦ ਕਦੀ ਮ੍ਰਿਤਕ ਦੇ ਸਮੇਂ ਨਹੀਂ ਪੜਿਆ ਜਾਂਦਾ, ਹਾਲਾਂਕਿ ਉੱਤੇ ਪਿਤਰੀ ਹੋਏ ਉਧਾਰੋ ਦੀ ਗੱਲ ਵੀ ਲਿਖੀ ਹੋਈ ਮਿਲਦੀ ਹੈ ਤੇ ਪਹਿਲੀ ਪੰਕਤੀ ਵਿੱਚ ਅਸੀਂ ਇਹ ਜਲਦੇ ਹਾਂ। ਤੋਂ ਪਿਤਰਾਂ ਦਾ ਉਧਾਰ ਤਾਂ ਸ਼ਾਇਦ ਅਸੀਂ ਉਹ ਪਾਂਡਿਆਂ ਵਾਲੀ ਗੱਲ ਨਾ ਸੋਚ ਲਈਏ, ਉਹ ਨਹੀਂ ਹੋ ਸਕਦਾ। ਜੋ ਹੋਣਾ ਹੈ ਉਹ ਗੁਰੂ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਉਹ ਸਮਝਣ ਦੀ ਲੋੜ ਹੈ ਕਿ ਸ਼ਬਦ ਵਿੱਚ ਭਾਵ ਅਰਥ ਸਾਡੇ ਕੀ ਹਨ। ਇੱਥੇ ਨਿਮਖ ਨਾ ਵਿਸਰੋ ਦੀ ਗੱਲ ਹੈ ਕਿ ਜਿੱਥੇ ਸਾਨੂੰ ਦੂਜੀਆਂ ਗੱਲਾਂ ਯਾਦ ਰਹਿੰਦੀਆਂ ਨੇ, ਉੱਥੇ ਵਾਹਿਗੁਰੂ ਦਾ ਯਾਦ ਵੀ ਸਾਨੂੰ ਹਮੇਸ਼ਾ ਮਨ 'ਚ ਬਣੀ ਰਹਿਣੀ ਚਾਹੀਦੀ ਹੈ, ਔਰ ਸਦਾ ਭਜੋ ਜਗਦੀਸ਼ ਦੀ ਹੈ। ਕਿਉਂ ਅੱਗੋਂ ਸਾਰੇ ਸ਼ਬਦ ਦੇ ਵਿੱਚ ਉਹਦੇ ਨਾਮ ਦੀ ਵਡਿਆਈ ਤੇ ਨਾਮ ਦੀ ਮਹਿਮਾ ਤੇ ਜੀਵਨ ਵਿੱਚ ਆਉਣ ਵਾਲੀ ਤਬਦੀਲੀ ਦਾ ਜ਼ਿਕਰ ਕੀਤਾ ਗਿਆ ਹੈ। ਪਰ ਆਮ ਤੌਰ ਤੇ ਅਸੀਂ ਦੇਖਿਆ ਕਿ ਇਹ ਸ਼ਬਦ ਨੂੰ ਕਿਸੇ ਖਾਸ ਮੌਕਿਆਂ ਦੇ ਨਾਲ ਜੋੜ ਦਿੱਤਾ ਗਿਆ। ਇੱਥੇ ਜਿਹੜੀ ਵਿਚਾਰ ਦੀ ਗੱਲ ਇਹ ਹੈ ਕਿ ਇਹ ਸ਼ਬਦ ਕਿਸੇ ਖਾਸ ਮੌਕੇ ਤੇ ਪੜ੍ਹਿਆ ਜਾ ਸਕਦਾ। ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਇਹ ਸ਼ਬਦ ਸਿੱਖ ਜਗਤ ਵਿੱਚ ਬਹੁਤ ਪ੍ਰਸਿੱਧ ਸ਼ਬਦ ਮੰਨਿਆ ਜਾਂਦਾ ਹੈ, ਤੇ ਇਹ ਵੀ ਜ਼ਿਕਰ ਆਉਂਦਾ ਵੀ ਪਿਛੋਕੜ ਜੋ ਦੱਸਿਆ ਜਾਂਦਾ ਕਿਤੇ ਕਿਤੇ, ਹਾਲਾਂਕਿ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ, ਪਰ ਮੈਂ ਜ਼ਰੂਰ ਉਹਦੀ ਉਦਾਹਰਨ ਆਪ ਜੀ ਨੂੰ ਦੇਣਾ ਚਾਹੁੰਦਾ ਕਿ ਇਹ ਪ੍ਰੋਫੈਸਰ ਹਰਬੰਸ ਸਿੰਘ ਜੀ ਨੇ ਆਪਣੀ ਪੁਸਤਕ 'ਚ ਲਿਖਿਆ ਹੋਇਆ ਇਹ ਗੱਲ ਕਿ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਿਤ ਹੈ। ਜਦੋਂ ਆਪ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ ਤਾਂ ਮਾਤਾ ਭਾਨੀ ਜੀ ਨੇ ਆਪ ਜੀ ਨੂੰ ਆਤਮ ਰਸ ਨਾਲ ਭਰਪੂਰ ਕੋਈ ਅਸੀਸ ਦਿੱਤੀ, ਤੇ ਉਹ ਸ਼ਬਦ ਇਸ ਤਰ੍ਹਾਂ ਦਰਜ ਕੀਤਾ ਗਿਆ। ਪਰ ਸਵਾਲ ਇਸ ਗੱਲ ਦਾ ਹੈ ਕਿ ਅੱਜ ਹਰ ਬੱਚੇ ਦੇ ਜਨਮ ਦਿਨ ਦੇ ਉੱਤੇ, ਵਿਆਹ ਕਾਰਜਾਂ ਦੇ ਉੱਤੇ, ਜਾਂ ਹੋਰ ਖੁਸ਼ੀ ਜਿਹੜੇ ਘਰ ਨੂੰ ਅਸੀਂ ਖੁਸ਼ੀ ਦੇ ਕਾਰਜ ਕਹਿੰਦੇ, ਹਾਲਾਂਕਿ ਕਾਰਜ ਜਿਹੜੇ ਖੁਸ਼ੀ ਜਾਂ ਗਮੀ ਦਾ ਜ਼ਿਕਰ ਨਾ ਲੈਣਾ ਹੀ ਗੁਰਮਤਿ ਅਨੁਸਾਰ ਠੀਕ ਨਹੀਂ ਹੈ। ਕਾਰਜ ਸਾਰੇ ਜਿਹੜੇ ਹਨ ਉਹਦੇ ਹੁਕਮ 'ਚ ਹੁੰਦੇ ਨੇ, ਭਾਵੇਂ ਉਹ ਜਨਮ ਹੋ ਰਿਹਾ ਤੇ ਭਾਵੇਂ ਉਹ ਮੌਤ ਹੋ ਰਹੀ ਹੈ, ਭਾਵੇਂ ਉਹ ਆਨੰਦ ਕਾਰਜ ਹੋ ਰਿਹਾ ਤੇ ਭਾਵੇਂ ਕੋਈ ਹੋਰ ਕੰਮ ਹੋ ਰਿਹਾ, ਇਹ ਉਹਦੇ ਹੁਕਮ ਦੇ ਵਿੱਚ ਹੈ। ਜਦੋਂ ਸਾਨੂੰ ਜਪ ਦੀ ਬਾਣੀ ਵਿੱਚ ਹੁਕਮ ਰਜਾਈ ਚੱਲਣ ਦੀ ਗੱਲ ਹੀ ਗੁਰੂ ਸਾਹਿਬ ਜੀ ਨੇ ਸਮਝਾ ਦਿੱਤੀ ਹੈ, ਤਾਂ ਫਿਰ ਸ਼ਬਦ ਮਾੜਾ ਚੰਗਾ ਕੋਈ ਹੋ ਹੀ ਨਹੀਂ ਸਕਦਾ ਵੀ ਇਹ ਅਸੀਸ ਦਾ ਸ਼ਬਦ ਹੈ, ਇਹ ਨਹੀਂ ਹੈ। ਇਹ ਤਾਂ ਗੁਰੂ ਦੀ ਇੱਕ ਸਾਨੂੰ ਹਦਾਇਤ ਹੈ ਵੀ ਇਹ ਜੇ ਸ਼ਬਦ ਦੇ ਵਿੱਚ ਤੁਸੀਂ ਇਹ ਕਰੋਗੇ ਤੇ ਗੁਰਬਾਣੀ ਤੁਹਾਨੂੰ ਇਹ ਸੁੱਖ ਦਿੰਦੀ ਹੈ, ਭਾਵ ਤੁਹਾਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਦੀ ਗੱਲ ਕੀਤੀ, ਨਾ ਕਿ ਕੋਈ ਸੰਸਾਰਿਕ ਸੁੱਖ ਦੀ ਜਾਂ ਦੁਨਿਆਵੀ ਸੁੱਖ ਦੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਹੈ। ਹੁਣ ਜੇ ਅਸੀਂ ਸ਼ਬਦ ਪੜ੍ਹ ਵੀ ਲਿਆ, ਮੈਂ ਬੇਨਤੀ ਕਰ ਰਿਹਾ ਵੀ ਜੇ ਅਸੀਂ ਸ਼ਬਦ ਵੀ ਪੜ੍ਹ ਵੀ ਲਿਆ ਤਾਂ ਇੱਥੇ ਇਹ ਦਿਖਾਵੇ ਕਰਕੇ ਜੋ ਅਸੀਂ ਪੜ੍ਹਿਆ ਜਾਂਦਾ, ਖਾਸ ਕਰਕੇ ਕੀਰਤਨੀਏ ਸਿੰਘਾਂ ਨੂੰ ਜਦੋਂ ਕੀਰਤਨ ਕਰਦੇ ਉਹਨਾਂ ਦੇ ਕੰਨ ਵਿੱਚ ਜਾ ਕੇ ਕਿਹਾ ਜਾਂਦਾ ਹੈ ਜੇ ਆਹ ਸ਼ਬਦ ਜ਼ਰੂਰ ਪੜ੍ਹਿਓ। ਕੀਰਤਨੀ ਸਿੰਘਾਂ ਨੂੰ ਹੋਰ ਸ਼ਬਦ ਕੋਈ ਯਾਦ ਹੋਣ ਨਾ ਹੋਣ, ਲੇਕਿਨ ਇਹ ਸ਼ਬਦ ਜ਼ਰੂਰ ਯਾਦ ਹੁੰਦੇ ਨੇ ਕਿ ਇਹ ਅਸੀਂ ਅਸੀਸ ਦੇ ਉੱਤੇ ਪੜ੍ਹਨਾ ਹੈ। ਔਰ ਕੀਰਤਨੀਏ ਸਿੰਘ ਵੀ ਪੜ੍ਹਦੇ ਨੇ ਕਿਉਂਕਿ ਉਹਨਾਂ ਨੇ ਤਾਂ ਆਪਣਾ ਸਮਾਂ ਕਿਸੇ ਨਾ ਕਿਸ ਤਰ੍ਹਾਂ ਪਾਸ ਕਰਨਾ ਹੀ ਹੁੰਦਾ, ਤੇ ਉਹ ਸ਼ਬਦ ਵੀ ਜ਼ਰੂਰ ਪੜ੍ਹਦੇ ਨੇ। ਜੇ ਨਾ ਵੀ ਕਿਸੇ ਨੇ ਕਿਹਾ ਤਾਂ ਵੀ ਪੜ੍ਹਦੇ ਨੇ। ਜਿਵੇਂ ਮ੍ਰਿਤਕ ਦੇ ਉੱਤੇ ਕੋਈ ਸ਼ਬਦਾਂ ਨੂੰ ਜੋੜ ਦਿੱਤਾ ਗਿਆ, ਭਾਵੇਂ ਉਹ ਸ਼ਬਦਾਂ ਦੇ ਭਾਵ ਵੀ ਮ੍ਰਿਤਕ ਨਾਲ ਨਾ ਵੀ ਰਲਦੇ ਹੋਣ। ਜਦੋਂ ਬੂਝਰੇ ਗਿਆਨੀ ਮੂੰਹ ਆਹ ਕੌਣ ਦੀ ਗੱਲ ਜਿਹੜੀ ਆਉਂਦੀ ਹੈ, ਸ਼ਬਦ ਅਸੀਂ ਪੜ੍ਹਦੇ ਹਾਂ, ਉਹ ਸਾਰਾ ਸ਼ਬਦ ਜਿਹੜਾ ਉੱਚੀ ਆਤਮਿਕ ਅਵਸਥਾ ਦਾ ਹੈ, ਅਸੀਂ ਉਹਨੂੰ ਮ੍ਰਿਤਕ ਨਾਲ ਜੋੜ ਦਿੱਤਾ। ਤਾਂ ਗੁਰਬਾਣੀ ਨਾ ਮ੍ਰਿਤਕ ਨਾਲ ਜੁੜਦੀ ਹੈ, ਨਾ ਜਨਮ ਨਾਲ ਜੁੜਦੀ ਹੈ, ਨਾ ਵਿਆਹ ਨਾਲ ਜੁੜਦੀ ਹੈ, ਨਾ ਇਹ ਹਰ ਸਮੇਂ ਪੜ੍ਹਨ ਵਾਲੀ ਚੀਜ਼ ਹੈ, ਨਾ ਕਿ ਇਹਨੂੰ ਅਸੀਂ ਕਿਸੇ ਖਾਸ ਮੌਕਿਆਂ ਦੇ ਉੱਤੇ ਹੀ ਰੱਖ ਦਈਏ। ਪਰ ਜੇ ਅਸੀਂ ਪੜ੍ਹ ਵੀ ਲਿਆ
ਮੈਂ ਬੇਨਤੀ ਕਰ ਰਿਹਾ, ਜੇ ਅਸੀਂ ਪੜ੍ਹ ਵੀ ਲਿਆ ਜਾਂ ਕੀਰਤਨੀਆਂ ਸਿੰਘਾਂ ਨੇ ਗਾਇਨ ਵੀ ਕਰ ਦਿੱਤਾ, ਤਾਂ ਫਿਰ ਅਜਿਹੀ ਅਸੀਸ ਜਿਹੜੀ ਹੈ ਉਹ ਸਾਡੇ ਅਮਲੀ ਜੀਵਨ ਵਿੱਚ ਵੀ ਆਉਣੀ ਚਾਹੀਦੀ ਹੈ, ਸਾਡੇ ਪ੍ਰੈਕਟੀਕਲ ਜੀਵਨ ਦੇ ਵਿੱਚ ਵੀ ਆਉਣੀ ਚਾਹੀਦੀ ਹੈ। ਆਮ ਤੌਰ ਤੇ ਇਹ ਸਾਡਾ ਸਾਰਾ ਇੱਕ ਵਿਖਾਵੇ ਦਾ ਕੰਮ ਹੈ, ਵਿਖਾਵੇ ਦੀ ਰਸਮ ਕਰਕੇ ਅਸੀਂ ਸ਼ਬਦ ਜਿਹੜਾ ਇਹਨੂੰ ਪੜ੍ਹ ਲਿਆ, ਜਿਹੜਾ ਬਣਾ ਦਿੱਤਾ ਜਾਂਦਾ ਹੈ। ਫਿਰ ਦੇਖਿਆ ਕਈ ਵਾਰੀ ਅਸੀਂ ਇਹ ਵੀ ਦੇਖਦੇ ਹਾਂ ਕਿ ਕੀਰਤਨ ਤੋਂ ਬਾਅਦ, ਆਨੰਦ ਕਾਰਜਾਂ ਤੋਂ ਬਾਅਦ, ਜਾਂ ਬੱਚੇ ਦੇ ਜਨਮ ਦਿਨ ਦੇ ਸਮਾਗਮਾਂ ਤੋਂ ਬਾਅਦ, ਖਾਸ ਕਰਕੇ ਜੋ ਇੰਡੀਆ ਦਾ ਰਿਵਾਜ ਹੈ ਉੱਥੇ ਤਾਂ ਜੋ ਕੁਝ ਹੁੰਦਾ ਹੈ, ਪੈਲਸਾਂ ਦੇ ਵਿੱਚ ਜਾ ਕੇ ਫਿਰ ਜਿੱਥੇ ਬੁਕਿੰਗ ਹੁੰਦੀ ਹੈ, ਇਹ ਸ਼ਬਦ ਸੁਣ ਕੇ ਬਾਅਦ ਵਿੱਚ ਉੱਥੇ ਸ਼ਰਾਬਾਂ ਦੀਆਂ ਦੀਆਂ ਬੋਤਲਾਂ ਖੁੱਲਦੀਆਂ ਨੇ, ਡਾਂਸ ਤੇ ਗਿੱਧੇ ਤੇ ਭੰਗੜੇ ਤੇ ਹੋਰ ਅਜਿਹੀਆਂ ਚੀਜ਼ਾਂ ਪੈਂਦੀਆਂ ਨੇ। ਕੀ ਇਹ ਸ਼ਬਦ ਇਹੋ ਸਿਖਾਉਂਦਾ ਹੈ ਕਿ ਸਾਨੂੰ ਸ਼ਬਦ ਇਹ ਭਾਵ ਦੱਸਦਾ ਹੈ? ਸ਼ਬਦ ਤਾਂ ਵਾਹਿਗੁਰੂ ਦੇ ਨਾਲ ਜੁੜਨ ਦੀ ਗੱਲ ਕਰਦਾ ਹੈ। ਇਸ ਕਰਕੇ ਕੀਰਤਨ ਕਰਵਾ ਕੇ ਅਸੀਂ ਇਸ ਸ਼ਬਦ ਨੂੰ ਪੜ੍ਹਾ ਕੇ ਵਾਹ ਤਾਂ ਖੱਟ ਲੈਂਦੇ ਹਾਂ, ਖੁਸ਼ ਵੀ ਹੋ ਜਾਂਦੇ ਹਾਂ ਵੀ ਹਾਂ ਜੀ ਮਹਾਰਾਜ ਨੇ ਅਸੀਸ ਦੇ ਦਿੱਤੀ, ਗੁਰੂ ਬਸ ਹੁਣ ਗੱਲ ਸਭ ਸਾਡੀਆਂ ਸਿੱਧੀਆਂ ਪੈ ਜਾਣਗੀਆਂ। ਲੇਕਿਨ ਜੇ ਅਸੀਂ ਆਪਣਾ ਕਾਰ ਵਿਹਾਰ ਜਾਂ ਅਮਲੀ ਜੀਵਨ ਵਿੱਚ ਉਹਦੇ ਵਿਰੋਧੀ ਕੰਮ ਕਰਨੇ ਨੇ ਤਾਂ ਫਿਰ ਗੁਰੂ ਦੀ ਖੁਸ਼ੀ ਹਾਸਲ ਨਹੀਂ ਹੋ ਸਕਦੀ। ਤਾਂ ਸ਼ਬਦ ਨੂੰ, ਸਾਰੀ ਗੁਰਬਾਣੀ ਨੂੰ ਕਿਸੇ ਖਾਸ ਮੌਕਿਆਂ ਦੇ ਨਾਲ ਜੋੜਨਾ ਜਿਹੜਾ ਹੈ ਉਹ ਠੀਕ ਨਹੀਂ ਹੈ। ਕਿਸੇ ਵੇਲੇ ਵੀ ਅਸੀਂ ਸ਼ਬਦ ਪੜ੍ਹ ਸਕਦੇ ਹਾਂ, ਗਾਇਨ ਕਰ ਸਕਦੇ ਹਾਂ। ਇਹ ਗੁਰਬਾਣੀ, ਸਾਰੀ ਗੁਰਬਾਣੀ ਕਿਸੇ ਖਾਸ ਮੌਕੇ ਦੇ ਨਾਲ ਸੰਬੰਧ ਨਹੀਂ ਰੱਖਦੀ। ਤਾਂ ਗੁਰੂ ਪਾਤਸ਼ਾਹ ਜੀ ਨੇ ਇਸ ਸ਼ਬਦ ਰਾਹੀਂ ਜੋ ਸਾਨੂੰ ਬਖਸ਼ਿਸ਼ ਕੀਤੀ ਹੈ, ਜੇ ਅਸੀਂ ਉਹਦੇ ਅਰਥ ਭਾਵ ਵੀ ਪੜ੍ਹ ਲਈਏ ਤਾਂ ਉੱਥੋਂ ਵੀ ਸਾਨੂੰ ਸਮਝ ਆ ਜਾਂਦਾ ਹੈ ਵੀ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਸਦਾ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹੀਏ, ਵਾਹਿਗੁਰੂ ਦੇ ਨਾਲ ਜੁੜੀਏ। ਇੱਕ ਖਿੰਨ ਤੇ ਹੋਏਗਾ ਕਿ ਜਦੋਂ ਤੂੰ ਜੁੜ ਜਾਏਗਾ ਤੇ ਸਤਿਗੁਰੂ ਤੁਮ ਕੋ ਹੋਏ ਦਿਆਲਾ। ਤੇ ਗੁਰੂ ਹੈ ਪੁੱਤਰ, ਜੇ ਤੂੰ ਜੁੜੇਗਾ ਫਿਰ ਤੇਰੇ ਤੇ ਦਇਆ ਹੋ ਜਾਏਗਾ, ਸੰਤ ਸੰਗ ਤੇਰੀ ਪ੍ਰੀਤ, ਸਤ ਸੰਗੀਆਂ ਨਾਲ ਤੇਰੀ ਪ੍ਰੀਤ ਬਣ ਜਾਏਗੀ। ਫਿਰ ਗੁਰੂ ਸਾਹਿਬ ਜੀ ਨੇ ਪੱਤ ਦੀ ਗੱਲ ਕੀਤੀ, ਇੱਜ਼ਤ ਦੀ ਗੱਲ ਕੀਤੀ, ਵਾਹਿਗੁਰੂ ਦੀ ਯਾਦ ਦਾ ਭੋਜਨ ਦੀ ਗੱਲ ਕੀਤੀ। ਉੱਥੇ ਭੋਜਨ ਤਾਂ ਵਾਹਿਗੁਰੂ ਦੀ ਯਾਦ ਦਾ ਕੀਤਾ, ਕੀਰਤਨ ਦੀ ਗੱਲ ਕੀਤੀ, ਸਿਰਫ ਸਲਾਹ ਦੀ ਗੱਲ ਕੀਤੀ। ਇੱਥੇ ਕਿਤੇ ਦੂਜੇ ਭੋਜਨ ਦੀ ਗੱਲ ਤਾਂ ਹੈ ਹੀ ਨਹੀਂ ਸੀ ਜੋ ਅਸੀਂ ਬਾਅਦ ਜਾ ਕੇ ਕਰਦੇ ਹਾਂ, ਜਾਂ ਸ਼ਰਾਬਾਂ ਦੇ ਦੌਰ ਸਾਡੇ ਚੱਲਦੇ ਨੇ, ਜਾਂ ਹੋਰ ਲਚਰਪੁਣਾ ਸਾਡੇ ਵਿੱਚ ਚੱਲਦਾ। ਗੁਰੂ ਸਾਹਿਬ ਨੇ ਕਿਤੇ ਗੱਲ ਨਹੀਂ ਕੀਤੀ। ਇੱਥੇ ਤਾਂ ਅੰਮ੍ਰਿਤ ਪੀਓ ਸਦਾ ਚਿਰ ਜੀਵੋ ਦੀ ਗੱਲ ਹੈ, ਹਰ ਸਿਮਰਤ ਆਨੰਦ ਅਨੰਤਾ ਦੀ ਗੱਲ ਹੈ, ਰੰਗ ਤਮਾਸ਼ਾ ਪੂਰਨ ਆਸਾ ਦੀ ਗੱਲ ਹੈ। ਇੱਥੇ ਭਵਰ ਦੀ ਗੱਲ ਕੀਤੀ ਹੈ, ਭਵਰ ਤੁਮਾਰਾ ਇਹ ਮਨ ਹੋ, ਫਿਰ ਭਵਰੇ ਵਾਂਗੂ ਹੋ ਜਾਏ। ਜਿਵੇਂ ਫੁੱਲਾਂ ਦਾ ਰਸ ਭਵਰਾ ਚੂਸਦਾ ਹੈ, ਭਾਵੇਂ ਆਪਣੇ ਆਪ ਨੂੰ ਵਿੱਚ ਬੰਧਾ ਲੈਂਦਾ ਹੈ, ਲੇਕਿਨ ਕਦੀ ਉਹਦੀ ਵੀ ਪਰਵਾਹ ਨਹੀਂ ਕਰਦਾ। ਇਹ ਪੁੱਤਰ ਵਾਹਿਗੁਰੂ ਦੇ ਨਾਮ 'ਚ ਇਵੇਂ ਜੁੜੀ ਕਿ ਜੀਵਨ ਵਿੱਚ ਦੁੱਖ ਆਵੇ ਸੁੱਖ ਆਵੇ, ਤੇਰੇ ਤੋਂ ਨਾਮ ਜਿਹੜਾ ਹੈ ਜੁਦਾ ਨਾ ਹੋਵੇ। ਤੋ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਜਿਹੜਾ ਅੱਗੇ ਚਾਤਰਕ ਦੀ ਗੱਲ ਉਦਾਹਰਨ ਦੇ ਕੇ ਸਾਰੀਆਂ ਗੱਲਾਂ ਸਾਨੂੰ ਸਮਝਾਈਆਂ ਨੇ। ਤੇ ਮਨ ਤੇਰਾ ਐਵੇਂ ਖਿੜਿਆ ਰਹੇ ਜਿਵੇਂ ਚਾਤਰਕ ਖਿੜ ਜਾਂਦਾ ਹੈ ਬਬੀਹੇ ਦੇ, ਜਦੋਂ ਸੰਗਤੀ ਬੂਤ ਪੈਂਦੀ ਹੈ ਤੇ ਉਹ ਜਦੋਂ ਬੋਲਦਾ ਹੈ ਤੇ ਖੁਸ਼ ਹੋ ਕੇ, ਇਸ ਤਰ੍ਹਾਂ ਤੇਰਾ ਵਾਹਿਗੁਰੂ ਦੇ ਨਾਮ ਦੀ ਬੂੰਦ ਦੇ ਨਾਲ ਤੇਰਾ ਮਨ ਖੜਾਓ 'ਚ ਆ ਜਾਏ। ਤੋ ਖਾਸ ਮੌਕਿਆਂ ਦੇ ਨਾਲ ਸ਼ਬਦ ਨੂੰ ਜੋੜ ਕੇ ਅਸੀਂ ਪੜ੍ਹਨਾ। ਲਿਮਟਿਡ ਜੀ ਬਾਣੀ ਅਸੀਂ ਕਰ ਲੈਂਦੇ ਹਾਂ ਵੀ ਐਸੇ ਹੋ ਕੇ ਪੜ੍ਹਨਾ। ਬਾਣੀ ਲਿਮਟਿਡ ਨਹੀਂ ਹੈ, ਬਾਣੀ ਅਨਲਿਮਟਿਡ ਹੈ। ਜਦੋਂ ਮਰਜ਼ੀ ਅਸੀਂ ਗਾਇਨ ਕਰ ਸਕਦੇ ਹਾਂ, ਜਦੋਂ ਮਰਜ਼ੀ ਅਸੀਂ ਪੜ੍ਹ ਸਕਦੇ ਹਾਂ। ਇਹ ਸਾਡਾ ਓਪਨ ਫੀਲਡ ਹੈ। ਗੁਰੂ ਕਿਰਪਾ ਕਰੇ ਸਾਨੂੰ ਇਸ ਸ਼ਬਦ ਦੀ ਅੰਤਰੀ ਭਾਵ ਜੇ ਸਮਝ ਆ ਜਾਣ ਤਾਂ ਫਿਰ ਮੈਨੂੰ ਲੱਗਦਾ ਹੈ ਵੀ ਅਸੀਂ ਹਰ ਵੇਲੇ ਇਸ ਸ਼ਬਦ ਨੂੰ ਆਪਣੇ 'ਚ ਯਾਦ ਰੱਖਾਂਗੇ, ਗੁਰਬਾਣੀ ਨੂੰ ਯਾਦ ਰੱਖਾਂਗੇ ਤਾਂ ਸਾਡਾ ਲੋਕ ਪਰਲੋਕ ਆਪੇ ਸਹੇਲਾ ਹੋ ਜਾਏਗਾ ਜੀ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਵੀਰ ਜੀ ਨੇ ਬੜੇ ਵਿਸਥਾਰ ਸਾਹਿਬ ਦੱਸਿਆ, ਔਰ ਇਹਦੇ 'ਚ ਕੋਈ ਸ਼ੱਕ ਸ਼ੁਬਾ ਵੀ ਨਹੀਂ ਹੈ। ਮੈਂ ਜਿਸ ਤੋਂ ਪਹਿਲੇ ਬੇਨਤੀ ਕੀਤੀ ਹੈ, ਬਾਣੀ ਜਿਹੜੀ ਹੈ ਉਹ ਤਾਂ ਐਵਰਗ੍ਰੀਨ ਹੈ, ਜਦ ਮਰਜ਼ੀ ਪੜ੍ਹੋ। ਕਈ ਵਾਰ ਅਸੀਂ ਸੋਚਦੇ ਵੀ ਇਹ ਫਲਾਣਾ ਕਿਸੇ ਰਾਗ ਦੇ ਨਾਲ ਸੰਬੰਧਿਤ ਕਈ ਵਾਰੀ ਕੋਈ ਇਹੋ ਸ਼ਬਦ ਜੁੜੇ ਹੁੰਦੇ ਨੇ, ਜਾਂ ਕਿਸੇ ਰਾਗ ਦੀ, ਉਸ ਰਾਗ ਦੀ ਮਜਬੂਰੀ ਹੋ ਸਕਦੀ ਹੈ ਉਸ ਸਮੇਂ ਪੜ੍ਹਨ ਦੀ, ਜਾਂ ਕੋਈ ਜ਼ਰੂਰਤ। ਪਰ ਜਿਹੜੀ ਗੁਰਬਾਣੀ ਇਟਸੈਲਫ ਹੈ, ਉਹ ਜਿਹੜੀ ਪੜ੍ਹਨੀ ਹੈ ਉਹ ਜਿਸ ਵੇਲੇ ਜਦ ਮਰਜ਼ੀ ਪੜ੍ਹੋ, ਕੋਈ ਬਾਣੀ ਪੜ੍ਹੋ। ਸਾਨੂੰ ਤੇ ਇੱਕ ਇੱਕ ਅੱਖਰ ਜਿਹੜਾ ਗੁਰਬਾਣੀ ਦਾ ਉਹ ਜੀਵਨ ਦਾਨ ਦਿੰਦਾ। ਤਾਂ ਇਸ ਕਰਕੇ ਹੋਰ ਖਿਆਲ ਤਾਂ ਆਉਣੇ ਨਹੀਂ ਚਾਹੀਦੇ। ਪਰ ਕਿਉਂਕਿ ਕਈ ਵਾਰੀ ਸਾਨੂੰ ਆਲੇ ਦੁਆਲੇ ਦੇ ਪ੍ਰਭਾਵ ਨੇ, ਕਈਆਂ ਹੋਰਾਂ ਮਤਾਂ ਵਿੱਚ, ਕਿਉਂਕਿ ਇਸ ਨੂੰ ਪਹਿਲੇ ਵੀ ਥੋੜਾ ਜਿਹਾ ਇਸ਼ਾਰਾ ਕੀਤਾ, ਕਈਆਂ ਹੋਰਾਂ ਮਤਾਂ ਵਿੱਚ ਖਾਸ ਗੱਲਾਂ ਖਾਸ ਮੌਕੇ ਤੇ ਕਰਨੀਆਂ ਪੈਂਦੀਆਂ ਨੇ, ਔਰ ਉੱਥੇ ਪਾਪ ਪੁੰਨ ਦੀ ਗੱਲ ਵੀ ਹੁੰਦੀ ਹੈ। ਪਰ ਗੁਰਬਾਣੀ ਵਿੱਚ ਕੁਛ ਨਹੀਂ। ਇੱਥੇ ਤਾਂ ਜਿਵੇਂ ਪਹਿਲਾ ਸ਼ਬਦ ਆਇਆ ਸੀਗਾ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਉੱਥੇ ਵੀ ਆਪਾਂ ਵਿਚਾਰ ਸੁਣੀ ਹੈ ਕਿ ਗੁਰੂ ਮਹਾਰਾਜ ਤੇ ਸਾਨੂੰ ਐਸੀ ਅਵਸਥਾ ਤੇ ਲਿਜਾਣਾ ਚਾਹੁੰਦੇ ਨੇ ਜਿੱਥੇ ਦੁਨੀਆ ਦੀ ਜਿਹੜੇ ਝਮੇਲੇ ਨੇ, ਜਿਨ੍ਹਾਂ 'ਚ ਸਾਰੀ ਉਮਰ ਸਾਡੀ ਖਪਦਿਆਂ ਕਰਿਜਦਿਆਂ ਨਿਕਲ ਜਾਂਦੀ ਹੈ। ਅਸੀਂ ਤਾਂ ਬੜੇ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਗੁਰਬਾਣੀ ਹੈ ਤੇ ਸਾਨੂੰ ਇਹਨਾਂ ਸਾਰਿਆਂ ਝਮੇਲਿਆਂ ਤੋਂ ਦੂਰ ਕਰਦੀ ਹੈ। ਪਰ ਅਸੀਂ ਬਦਕਿਸਮਤ ਇਸ ਕਰਕੇ ਹਾਂ ਕਿ ਬਾਣੀ ਕੋਲ ਹੁੰਦਿਆਂ ਵੀ ਅਸੀਂ ਉਹੀ ਕਰਦੇ ਹਾਂ ਜੋ ਬਾਕੀ ਲੋਕ ਕਰਦੇ ਨੇ। ਜੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ,
ਜਬਲਾ ਖਾਲਸਾ ਰਹੇ ਨਿਆਰਾ ਤਬਲਾ ਤੇਜ ਵੀ ਦਿਓ ਮਸਾਰਾ। ਉਹਦਾ ਮਤਲਬ ਹੀ ਇਹੀ ਸੀ ਕਿ ਅਸੀਂ ਬਿਲਕੁਲ ਨਿਰਲੇਪ ਰਹਿਣਾ ਹੈ, ਦੁਨੀਆ ਦੀ ਅਸੀਂ ਨਕਲ ਨਹੀਂ ਕਰਨੀ। ਤੋ ਸਤਿਗੁਰੂ ਜੀ ਕਿਰਪਾ ਕਰਨ, ਇਹ ਬਾਣੀ ਜੋ ਆਪਾਂ ਸਰਵਣ ਕਰਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਭਾਵ ਸਮਝਦੇ ਹਾਂ, ਸਾਡੇ ਮਨ ਤੇ ਅਸਰ ਹੋਵੇ। ਔਰ ਅਸਲ ਲਾਭ ਤੇ ਤਾਂ ਹੀ ਹੋਏਗਾ ਜੇਕਰ ਅਸੀਂ ਬਾਣੀ ਅਨੁਸਾਰੀ ਹੋ ਕੇ ਆਪਣੇ ਜੀਵਨ ਜੁੜਾਂਗੇ, ਵਰਨਾ ਮੈਨੂੰ ਖਿਮਾ ਕਰਨਾ, ਹੋਰ ਕੁਛ ਨਹੀਂ ਕਿਹਾ ਜਾ ਸਕਦਾ। ਤੋ ਸਾਧ ਸੰਗਤ ਜੀ, ਸਵਾਲ ਤਾਂ ਸਾਡੇ ਕੋਲ ਕਾਫੀ ਹੋਰ ਨੇ, ਪਰ ਸਮਾਂ ਜਿਹੜਾ ਉਹ ਹੋ ਗਿਆ। ਤੋ ਜਿਨ੍ਹਾਂ ਦੇ ਸਵਾਲ ਰਹਿ ਗਏ ਨੇ, ਤਕਰੀਬਨ 5 ਸਵਾਲ ਸਾਡੇ ਕੋਲ ਜੇ ਬਕਾਇਆ ਨੇ, ਮੈਂ ਉਹਨਾਂ ਕੋਲ ਖਿਮਾ ਮੰਗਦਾ ਤੇ ਕੋਸ਼ਿਸ਼ ਕਰਾਂਗੇ ਵੀ ਅਗਲੀ ਵਾਰੀ ਇਹਨਾਂ ਸਵਾਲਾਂ ਨੂੰ ਪਹਿਲੇ ਲੈ ਲਈਏ। ਤੋ ਅੱਜ ਦਾ ਇਹ ਜੋ ਖਿਮਾ ਕਰਨਾ ਜੀ, ਅੱਜ ਦਾ ਪ੍ਰੋਗਰਾਮ ਨਿਭਾਉਂਦੇ ਆ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਜਿਹੜੇ ਮੇਰੇ ਵੀਰ ਮੈਂਬਰ ਪੈਨਲ ਦੇ ਮੈਂਬਰਸ ਨੇ, ਆਪ ਜੀ ਨੂੰ ਉੱਤਰ ਦਿੱਤੇ ਨੇ, ਉਹਨਾਂ 'ਚ ਵੀ ਕੋਈ ਖਾਮੀਆਂ ਹੋ ਸਕਦੀਆਂ ਨੇ, ਉਹਨਾਂ ਲਈ ਵੀ ਖਿਮਾ ਮੰਗਦੇ ਆ। ਔਰ ਨਾਲ ਹੀ ਬੇਨਤੀ ਕਰਾਂਗੇ ਕਿ ਸਾਨੂੰ ਆਪਣੇ ਸੁਝਾਅ ਜ਼ਰੂਰ ਭੇਜੋ, ਆਪਣੇ ਸਵਾਲ ਵੀ ਭੇਜੋ, ਸੁਝਾਅ ਵੀ ਭੇਜੋ। ਤੁਸੀਂ ਸੁਝਾਅ ਜਿਹੜੇ ਨੇ ਉਹ ਸਾਨੂੰ ਗਰੁੱਪ ਵਿੱਚ ਭੇਜ ਸਕਦੇ ਹੋ ਜਾਂ ਇੱਥੇ ਗਰੁੱਪ ਚੈਟ ਵਿੱਚ ਪਾ ਸਕਦੇ ਹੋ। ਕੋਸ਼ਿਸ਼ ਹੁੰਦੀ ਹੈ ਵੀ ਜਿਹੜੀ ਗੱਲ ਤੁਹਾਡੀ ਗਰੁੱਪ ਚੈਟ ਤੇ ਵੀ ਆਵੇ ਅਸੀਂ ਨੋਟ ਕਰ ਲਈਦਾ, ਔਰ ਕਈ ਕੁਐਸਚਨ ਜਿਹੜੇ ਨੇ ਉਹ ਗਰੁੱਪ ਚੈਟ 'ਚ ਵੀ ਆਪਾਂ ਨੋਟ ਕਰ ਲੈਂਦੇ। ਤੋ ਇਸ ਜਿਹੜਾ ਪ੍ਰੋਗਰਾਮ ਹੈ, ਇਹਦੇ ਵਿੱਚ ਆਪ ਜੀ ਦੀ ਜਿਹੜੀ ਸ਼ਮੂਲੀਅਤ ਹੈ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਫਿਰ ਬੇਨਤੀ ਕਰਾਂਗਾ ਕਿ ਜਿਹੜਾ YouTube ਚੈਨਲ ਸਾਡਾ ਗੁਰੂ ਵਿਚਾਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਹੈ, ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਆਪਾਂ ਤੇ ਸਬਸਕ੍ਰਾਈਬ ਕੀਤਾ ਹੀ ਹੋਣਾ ਸਾਰਿਆਂ ਨੇ, ਹੋਰਨਾਂ ਨੂੰ ਕਰਵਾਈਏ ਤਾਂ ਜੇ ਵੱਧ ਤੋਂ ਵੱਧ ਜਿਹੜਾ ਇਹ ਗੁਰਬਾਣੀ ਦਾ ਗਿਆਨ ਹੈ ਇਹ ਸੰਗਤ ਵਿੱਚ ਵੰਡਿਆ ਜਾ ਸਕੇ। ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸੰਗਤ ਵਿੱਚ ਕੋਈ ਮੈਨੂੰ ਨਵੀਂ ਆਈਡੀ ਤਾਂ ਨਹੀਂ ਦਿਸ ਰਹੀ, ਪਰ ਜੇ ਕੋਈ ਵੀਰ ਭੈਣ ਨਵੇਂ ਅੱਜ ਜੁਆਇਨ ਕੀਤੇ ਨੇ ਤਾਂ ਆਪਣੇ ਆਪ ਨੂੰ ਅਨਮਿਊਟ ਕਰਕੇ ਸੰਗਤ ਨਾਲ ਫਤਿਹ ਸਾਂਝੀ ਕਰ ਸਕਦੇ ਹਨ। ਤੋ ਇੱਕ ਵਾਰੀ ਫੇਰ ਭੁੱਲਾਂ ਗਲਤੀਆਂ ਦੀ ਖਿਮਾ ਮੰਗਦਾ, ਫਤਿਹ ਸਾਂਝੀ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।